ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੋਠ ਰਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੋਠ ਰਾਗ ਦੇ ਵਿੱਚ ਪੰਜੀ ਪਾਤਸ਼ਾਹੀ ਦੇ ਸ਼ਬਦ ਲੈ ਰਹੇ ਜੀ, ਜਿਹੜੀ ਉਹਨਾਂ ਦੇ ਇੱਕ ਟੌਪਿਕ ਦੇ ਉੱਤੇ ਸ਼ਬਦ ਹੁੰਦੇ ਆ ਇਕੱਠੇ। ਉਹਨਾਂ ਨੂੰ ਮਹਾਰਾਜ ਜਿਹੜੇ 1 2 3 4 ਕਰਕੇ ਸ੍ਰੀ ਅਲਾਟ ਜਿੰਨੇ ਕੁ ਸ਼ਬਦ ਹੁੰਦੇ ਆ, ਉਸ ਤੋਂ ਬਾਅਦ ਫਿਰ ਨਵੇਂ ਸਿਰੇ ਤੋਂ 1 2 3 4 ਸ਼ੁਰੂ ਕਰ ਦਿੰਦੇ ਆ ਮਹਾਰਾਜ। ਇਹਦਾ ਮਤਲਬ ਕੀ ਹੈਗਾ, ਕਿਉਂ ਜਿਹੜਾ ਇਸ ਤਰ੍ਹਾਂ ਮਹਾਰਾਜ ਜਿਹੜੇ ਹੈਗੇ। ਔਰ ਸੀਰੀਅਲ ਜਿਹੜਾ ਉਹ ਸੀਰੀਅਲ ਜਿਹੜਾ ਚੱਲ ਰਿਹਾ ਉਹ ਸੀਰੀਅਲ ਚੱਲਦਾ ਰਹਿੰਦਾ ਹੈ, ਪਰ ਇਹ ਜਿਹੜਾ ਹੈਗਾ ਇਹ ਇਸ ਤਰ੍ਹਾਂ ਕਿਉਂ ਕਰਦੇ ਆ ਮਹਾਰਾਜ। ਕੋਈ ਸ਼ਬਦ ਜਿਹੜਾ ਹੈ ਇੱਕ ਪਾਇਆ ਹੁੰਦਾ, ਉਸ ਤੋਂ ਬਾਅਦ ਫਿਰ ਦੁਬਾਰਾ ਇੱਕ ਸ਼ੁਰੂ ਹੋ ਜਾਂਦਾ ਹੈ। ਕੋਈ 1 ਤੇ 2 ਪਾ ਕੇ ਫਿਰ ਜਿਹੜਾ ਹੈਗਾ ਫਿਰ ਦੁਬਾਰਾ 1 2 ਸ਼ੁਰੂ ਹੋ ਜਾਂਦੇ ਆ। ਆਹ ਭਾਈ ਟੌਪਿਕ ਹੈਗੇ ਆ, ਕਿਉਂਕਿ ਗਿਆਨ ਜਿਹੜਾ ਹੈਗਾ ਇਹ ਇੱਕ ਸ਼ਬਦ ਦੇ ਵਿੱਚ ਪੂਰਾ ਨਹੀਂ ਹੁੰਦਾ। ਇਸ ਕਰਕੇ ਜਿਹੜਾ ਹੈਗਾ ਇਹ ਟੌਪਿਕ ਪੂਰਾ ਮਹਾਰਾਜ ਜਿਹੜੇ ਹੈ ਜੋ ਗੱਲ ਜੋ ਮਹਾਰਾਜ ਨੇ ਕਹਿਣੀ ਆ, ਕਿਉਂਕਿ ਇਹ ਸਿੱਖਿਆ ਹੈ। ਗੁਰੂ ਹੈਗੇ, ਗੁਰੂ ਬ੍ਰਹਮ ਗਿਆਨੀ ਹੈਗੇ, ਉਹਨਾਂ ਨੇ ਸਿੱਖਿਆ ਦੇਣੀ ਹੈ। ਔਰ ਉਹਨਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਟੌਪਿਕ ਕਿਸ ਤਰ੍ਹਾਂ ਕਵਰ ਹੁੰਦਾ ਹੈ, ਕਿੰਨੇ ਕੁ ਸ਼ਬਦ ਲੱਗੂਗੇ, ਅਤੇ ਉਸ ਤਰੀਕੇ ਦੇ ਨਾਲ ਫਿਰ ਇਹ ਲੜੀ ਬਣਦੀ ਆ, ਜਿਹਨੂੰ ਕਿ ਇੱਕ ਸਬਜੈਕਟ ਦੇ ਉੱਤੇ ਜਿਹੜਾ ਹੈਗਾ ਉਹ ਜਿਹੜੇ ਹੈ ਨੰਬਰ ਆਫ ਸ਼ਬਦ ਹੁੰਦੇ ਆ ਇੱਕ ਸਬਜੈਕਟ 'ਤੇ। ਅਤੇ ਇਹਦੇ ਵਿੱਚ ਜਿਹੜੇ ਹੈਗੇ 18 ਸ਼ਬਦਾਂ ਦੀ ਲੜੀ ਹੈ। ਆਪਾਂ 7ਵਾਂ ਸ਼ਬਦ ਲੈ ਰਹੇ ਹਾਂ। ਕੱਲ੍ਹ ਆਪਾਂ ਨੇ 6 ਸ਼ਬਦ ਲਏ ਸੀਗੇ, ਅਤੇ ਉਹਦੇ ਵਿੱਚ 6ਵੇਂ ਦੇ ਵਿੱਚ ਮਹਾਰਾਜ ਨੇ ਦੱਸਿਆ, ਜਨਮ ਜਨਮ ਕੇ ਦੁੱਖ ਨਿਵਾਰੇ, ਸੂਖਾ ਮਨ ਸਾਧਾਰੇ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ ਰਹਾ। ਵੈਦ ਦਵਾਈ ਕਿਹਨੇ ਦੇਣੀ ਆ? ਜਿਹੜੀ ਹੈ ਗੁਰੂ ਨੇ ਦੇਣੀ ਆ, ਕਿਉਂਕਿ ਪਰਮਾਤਮਾ ਜਿਹੜਾ ਹੈਗਾ, ਪਰਮਾਤਮਾ ਦੇ ਕੋਲ ਆਪਾਂ ਨੇ ਪੁਕਾਰ ਕਰਨੀ ਹੈ। ਮਾਲਕ ਨੇ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ, ਕਿਉਂਕਿ ਆਹ ਸ਼ਬਦ ਹੁਣ ਇੱਥੋਂ ਸ਼ੁਰੂ ਹੋ ਰਿਹਾ ਹੈ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ, ਬਖਸ਼ ਲਿਓ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਦੇਖ ਲਓ ਭਾਈ, ਜਦ ਆਪਾਂ ਸੰਸਾਰ ਦੇ ਵਿੱਚ ਜੋ ਮਾਲਕ ਨੇ ਟਰੈਪ ਪਾਈ ਹੈ, ਜੋ ਆਕਾਰ ਪਾਇਆ, ਜੋ ਰਚਨਾ, ਜੋ ਸਵਾਦ ਪਾਏ, ਇਹਦੇ ਵਿੱਚ ਗਤੀ ਕਰਦੇ ਹਾਂ ਅਤੇ ਆਪਾਂ ਗਲਤੀਆਂ ਕਰਦੇ ਹਾਂ, ਆਪਾਂ ਪਾਪ ਕਮਾਉਂਦੇ ਹਾਂ, ਆਪਾਂ ਲੇਖੇ ਦੇ ਵਿੱਚ ਆਉਂਦੇ ਹਾਂ। ਔਰ ਮਾਲਕ ਜਾਣਦਾ ਹੈ, ਉਹ ਮਾਲਕ ਜਿਹੜਾ ਹੈਗਾ ਇਹਦੇ ਵਾਸਤੇ ਜਿਹੜਾ ਕੰਟਰੋਲਰ ਮਾਲਕ ਨੇ, ਗੇਮ ਮਾਲਕ ਨੇ ਪਾਈ ਹੋਈ ਆ, ਔਰ ਉਹਨੇ ਜਿਹੜਾ ਹੈਗਾ ਕੱਢਣਾ ਵੀ ਉਸੇ ਨੇ ਆ। ਉਹਨੇ ਪਾਇਆ ਹੈ ਆਪਾਂ ਨੂੰ ਜਾਲ ਦੇ ਵਿੱਚ, ਇਹ ਸੰਸਾਰ ਦੇ ਵਿੱਚ ਭੇਜਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਇਹ ਗੱਲ ਬਿਲਕੁਲ ਚੰਗੀ ਤਰ੍ਹਾਂ ਆਪਾਂ ਵਸਾ ਲਈਏ ਆਪਣੇ ਅੰਦਰ, ਕਿਉਂਕਿ ਜਿਹੜਾ ਹੈਗਾ ਜਦ ਤੱਕ ਆਪਾਂ ਨੂੰ ਮਾਲਕ ਦੀ ਖੇਡ ਜਿਹੜੀ ਹੈਗੀ ਹੈ, ਜੋ ਮਾਲਕ ਨੇ ਜੋ ਗੇਮ ਪਾਈ ਹੈ, ਇਹਦੇ ਬਾਰੇ ਜਾਣਕਾਰੀ ਨਹੀਂ ਹੋਊਗੀ, ਅਤੇ ਆਪਾਂ ਫਿਰ ਇਸ ਮੈਚ ਨੂੰ ਜਿੱਤਾਂਗੇ ਕਿਵੇਂ? ਉਹ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਆ, ਉਹਨੇ ਇਹ ਜਿਹੜੀ ਹੈਗੀ ਇਹ ਖੇਡ ਖੇਡ ਰਿਹਾ ਹੈ ਮਾਲਕ ਪਰਮਾਤਮਾ, ਇਹ ਲੁਕਣ ਮਿੱਚੀ ਦੀ ਖੇਡ। ਅਤੇ ਉਹ ਕਹਿੰਦਾ ਮੈਂ ਨਾ ਮਾਇਆ ਤੈਨੂੰ ਪਾ ਦਿੱਤੀ ਆ, ਔਰ ਇਹਦੇ ਓਹਲੇ ਦੇ ਵਿੱਚ ਮੈਂ ਲੁਕ ਜਾਂਦਾ ਹੈ, ਅਤੇ ਤੂੰ ਮੇਰੇ ਕੋਲ ਵਾਪਸ ਆਉਣਾ ਹੈ। ਇਹ ਭੂਲ ਭੁਲਈਆ ਜਿਹੜਾ ਹੈਗਾ, ਤੈਨੂੰ ਕੁਛ ਪਿਛਲਾ ਅਗਲਾ ਯਾਦ ਨਹੀਂ ਰਹੇਗਾ। ਨਵੇਂ ਸਿਰੇ ਤੋਂ ਤੈਨੂੰ ਜਿਹੜਾ ਹੈਗਾ, ਤੂੰ ਜਿਹੜਾ ਹੈਗਾ ਜਨਮ ਤੈਨੂੰ ਮਿਲਿਆ ਆ, ਨਵੇਂ ਸਿਰੇ ਤੋਂ ਯਾਤਰਾ ਸ਼ੁਰੂ ਕਰ। ਔਰ ਇਸ ਤਰ੍ਹਾਂ ਹਰੇਕ ਦਿਨ ਆਪਾਂ ਨੂੰ ਮਿਲਦਾ ਹੈ। ਉਹ ਪਿਛਲੀਆਂ ਫਾਈਲਾਂ ਜਿਹੜੀਆਂ ਆਪਾਂ ਖੋਲ੍ਹਦੇ ਹਾਂ ਉਹ ਬੰਦ ਕਰ ਦਿੰਦਾ ਹੈ ਮਾਲਕ ਪਰਮਾਤਮਾ। ਸਵੇਰੇ ਫਿਰ ਆਪਾਂ ਜਿਹੜੇ ਹੈਗੇ ਫਰੈਸ਼ ਐਜ਼ ਏ ਫਰੈਸ਼ ਜਿਹੜੇ ਹੈਗੇ ਫਿਰ ਯਾਤਰਾ ਸ਼ੁਰੂ ਕਰਦੇ ਹਾਂ। ਇਹੀ ਮਾਲਕ ਦੀ ਗੇਮ ਆ। ਇਸ ਕਰਕੇ ਮਾਲਕ ਨੇ ਜਿਹੜਾ ਹੈਗਾ ਇਹ ਰਾਤ ਬਣਾਈ ਆ, ਨੀਂਦ ਬਣਾਈ ਆ। ਇਸ ਕਰਕੇ ਨੀਂਦ ਬਣਾਈ ਆ, ਰਾਤ ਨਹੀਂ ਨੀਂਦ। ਇਹ ਆਪਾਂ ਨੇ ਕੱਲ੍ਹ ਵਿਚਾਰ ਲਈ ਸੀਗੀ। ਹੁਣ ਉਸ ਤੋਂ ਅੱਗੇ ਮਹਾਰਾਜ ਕਹਿੰਦੇ ਆ ਸੋਠ ਮਹਲਾ ਪੰਜਵਾਂ, ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ। ਕਹਿੰਦੇ ਤੈਨੂੰ ਮੇਰਾ ਪਤਾ ਹੈ, ਮੇਰੇ ਅੰਦਰ ਦਾ ਪਤਾ ਆ। ਹੁਣ ਪ੍ਰੋਬਲਮ ਕੀ ਹੈਗੀ, ਕਿਉਂਕਿ ਇਸ ਸੰਸਾਰ ਦੇ ਵਿੱਚ ਮਾਲਕ ਨੇ ਆਪਾਂ ਨੂੰ ਇਹ ਸਰੀਰ ਦਿੱਤਾ ਹੈ। ਇਹ ਸਰੀਰ ਦਿੱਤਾ ਹੈ, ਸੁਰਤ ਮਤ ਮਨ ਬੁੱਧ ਇਹ ਸਾਰੇ ਜਿਹੜੇ ਹੈਗੇ ਆਪਣੇ ਅੰਦਰ ਜਿਹੜੇ ਹੈਗੇ ਆ
ਇਹ ਸੂਖਸ਼ਮ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਆਪਣੇ ਅੰਦਰ ਪਾਈਆਂ ਮਾਲਕ ਪਰਮਾਤਮਾ ਨੇ। ਔਰ ਪ੍ਰਾਣ ਹੈਗੇ ਆਪਣੇ ਅੰਦਰ, 5 ਤੱਤਾਂ ਦੀ ਰਚਨਾ ਹੈਗੀ ਆਪਣੀ। ਇਹ ਸਾਰਾ ਜਿਹੜਾ ਮਾਲਕ ਪਰਮਾਤਮਾ ਨੇ ਪਾਈ ਆ। ਔਰ ਇਹਦੇ ਨਾਲ ਕੀ ਹੈਗਾ, ਇਹਦੇ ਨਾਲ ਹੁੰਦਾ ਕੀ ਆ? ਹੁੰਦਾ ਇਹ ਹੈ ਕਿ ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ, ਆਪਾਂ ਆਪਣੇ ਆਪ ਨੂੰ ਆਪਾਂ ਸਮਝਣ ਲੱਗ ਪੈਂਦੇ ਹਾਂ ਵੀ ਮੈਂ ਆਹੀ ਹੈਗਾ ਆ। ਆ ਜੋ ਸਰੀਰ ਹੈ, ਜੋ ਮਾਲਕ ਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ, ਆਪਾਂ ਸਮਝਦੇ ਹਾਂ ਕਿ ਮੈਂ ਇਹੀ ਹੈਗਾ ਆ। ਔਰ ਫਿਰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ, ਔਰ ਐਸੀ ਇਨਸਾਨ ਦੀ ਜਿਹੜੀ ਹੈਗੀ ਫਿਤਰਤ ਹੁੰਦੀ ਆ ਕਿ ਉਹ ਚਾਹੁੰਦਾ ਹੈ ਕਿ ਮੈਂ ਸਾਰੀ ਚੀਜ਼ਾਂ ਜਿਹੜੀਆਂ, ਸਾਰੇ ਸੁੱਖ ਜਿਹੜੇ ਹੈਗੇ, ਸਾਰੇ ਸਵਾਦ ਜਿਹੜੇ ਹੈਗੇ ਮੈਂ ਭੋਗ ਲਵਾਂ। ਦੂਸਰਾ ਜਿਹੜਾ ਹੈਗਾ ਉਹ ਮੇਰੇ ਤੋਂ ਬਾਅਦ ਜਿਹੜਾ ਹੈਗਾ ਦੂਸਰੇ ਨੂੰ ਮਿਲੇ। ਮੈਂ ਇਹ ਹਉਮੈ ਹੈਗੀ ਆਪਣੀ। ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ, ਆਪਣੇ ਆਪ ਨੂੰ ਬਿਲਕੁਲ ਪਿਓਰ ਸਰਟੀਫਿਕੇਟ ਦੇ ਦਿੰਦੇ ਹਾਂ ਵੀ ਮੈਂ ਤਾਂ ਬਿਲਕੁਲ ਸਹੀ ਹੈਗਾ, ਬਾਕੀ ਦੁਨੀਆ ਸਾਰੀ ਦੀ ਸਾਰੀ ਗਲਤ ਹੈਗੀ। ਆਪਾਂ ਨੇ ਇੱਕ ਫਿਲਟਰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ, ਇੱਕ ਫਿਲਟਰ ਲਗਾ ਲੈਂਦੇ। ਇਹਨੂੰ ਕਹਿੰਦੇ ਨੈਗੇਟਿਵਿਟੀ ਵਾਲਾ ਫਿਲਟਰ। ਇਹ ਨੈਗੇਟਿਵਿਟੀ ਹੈਗੀ। ਆਪਣੇ ਆਪ ਨੂੰ ਆਪਾਂ ਨੇ ਸਰਟੀਫਿਕੇਟ ਦੇ ਦਿੱਤਾ ਔਰ ਬਾਕੀ ਜਿਹੜੇ ਹੈਗੇ ਦੂਜਿਆਂ ਦੀਆਂ ਗਲਤੀਆਂ ਆਪਾਂ ਕੱਢਣੀਆਂ ਸ਼ੁਰੂ ਕਰ ਦਿੰਦੇ। ਔਰ ਇਹਦੇ ਨਾਲ ਜਿਹੜਾ ਹੈਗਾ ਦੂਸਰੇ ਦੇ ਅਵਗੁਣ ਆਪਾਂ ਫੋਲਦੇ ਹਾਂ, ਅਤੇ ਅਵਗੁਣਾਂ ਦੇ ਵਿੱਚ ਹੀ ਆਪਾਂ ਨੇ ਆਪਣੀ ਗਤੀ ਹੁੰਦੀ ਹੈ। ਆਪਾਂ ਅਵਗੁਣਾਂ ਦੇ ਵਿੱਚ ਹੀ ਰਹਿੰਦੇ ਹਾਂ ਅਤੇ ਉਹ ਅਵਗੁਣ ਜਿਹੜੇ ਹੈਗੇ ਆਪਣੇ ਅੰਦਰ ਆਈ ਜਾਂਦੇ ਆ, ਘਰ ਕਰੀ ਜਾਂਦੇ। ਔਰ ਇਹਦੇ ਨਾਲ ਫਿਰ ਜਿਹੜਾ ਹੈਗਾ ਆਪਾਂ ਦੁਖੀ ਹੁੰਦੇ ਹਾਂ। ਸਾਰੇ ਦੇ ਸਾਰੇ ਦੁੱਖ ਜਿਹੜੇ ਹੈਗੇ, ਮੇਨ ਚੀਜ਼ ਹਉਮੈ ਹੈਗੀ ਆ। ਇਹ ਅਵਗੁਣ ਵੀ ਜਿਹੜੇ ਹੈਗੇ ਇਸੇ ਦੇ ਕਾਰਨ ਅਵਗੁਣ ਆਉਂਦੇ ਆ, ਕਿਉਂਕਿ ਇਹ ਐਸੀ ਇਨਸਾਨ ਦੀ ਜਿਹੜੀ ਹੈਗੀ, ਇਨਸਾਨ ਦੇ ਅੰਦਰ ਜਿਹੜੀ ਤ੍ਰਿਸ਼ਨਾ ਪਾਈ ਹੋਈ ਹੈ, ਲਾਲਚ ਜਿਹੜਾ ਹੈਗਾ ਕਿਸੇ ਵੀ ਹਰੇਕ ਚੀਜ਼ ਦਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਲਕ ਪਰਮਾਤਮਾ ਦੀ ਖੇਡ ਆ, ਉਹਨੇ ਪਾਈ ਹੈ ਔਰ ਉਸੇ ਨੇ ਇਹਨੂੰ ਕੱਢਣਾ ਹੈਗਾ। ਉਸੇ ਮਾਲਕ ਨੇ ਕੱਢਣਾ ਹੈਗਾ ਔਰ ਕੱਢਣਾ ਉਹਦਾ ਹੈਗਾ ਜਿਹਨੂੰ ਇਹ ਗੇਮ, ਕਿਉਂਕਿ ਮਾਲਕ ਨੇ ਦੁੱਖ ਬਣਾਇਆ, ਦੁੱਖ ਦਾਰੂ ਸੁੱਖ ਰੋਗ ਪਿਆ। ਇਹ ਸੰਸਾਰ ਦੇ ਵਿੱਚ ਦੁੱਖ ਮਿਲਦੇ ਆ, ਆਪਾਂ ਨੂੰ ਦੁੱਖ ਮਿਲਦੇ ਆ ਅਤੇ ਪੁਕਾਰ ਹੁੰਦੀ ਹੈ, ਰੋਗ ਪੈਦਾ ਹੋ ਜਾਂਦੇ, ਸਰੀਰਕ ਰੋਗ, ਮਾਨਸਿਕ ਰੋਗ ਇਨਸਾਨ ਨੂੰ ਪੈਦਾ ਹੋ ਜਾਂਦੇ, ਫਿਰ ਕਰਲਾਉਂਦਾ ਹੈ, ਤਕਲੀਫ ਹੁੰਦੀ ਹੈ ਅਤੇ ਔਰ ਉਹਨੂੰ ਜਿਹੜਾ ਹੈਗਾ ਫਿਰ ਪੁਕਾਰ ਕਰਦਾ ਹੈ ਮਾਲਕ ਪਰਮਾਤਮਾ ਦੇ ਅੱਗੇ। ਔਰ ਇਹ ਸਾਰਾ ਦੇ ਸਾਰੇ ਰੋਗ ਦੁੱਖ ਜੋ ਇਹਦੀ ਜੜ ਜਿਹੜੀ ਹੈਗੀ, ਇਹ ਹਉਮੈ ਹੈਗੀ। ਜੜ ਹਉਮੈ ਹੈਗੀ, ਇਹਦੇ ਕਾਰਨ ਹੀ ਸਾਰਾ ਕੁਛ ਹੋਇਆ ਹੈ। ਔਰ ਇਹੀ ਗੇਮ ਹੈਗੀ ਆ, ਇਹੀ ਗੇਮ ਹੈ। ਕਬੀਰ ਜੀ ਜਿਹੜੇ ਹੈਗੇ, ਇਹ ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਕਬੀਰ ਜੀ ਜਿਹੜੇ ਹੈਗੇ ਉਹ ਕਹਿੰਦੇ, ਕਬੀਰ ਸਭ ਤੇ ਹਮ ਬੁਰੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕੱਢ ਲਿਆ ਆਪਾਂ ਕਬੀਰ ਜੀ ਦੀ, ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਪਹਿਲਾਂ ਆ ਕਬੀਰ ਜੀ ਦੀ ਲਈ ਆਪਾਂ ਇਹ ਜੇ ਕਿਸੇ ਨੇ ਕੱਢਣੇ ਸ਼ਲੋਕ ਹੈਗੇ ਕਬੀਰ ਜੀ ਦੇ, ਸ਼ਲੋਕ 1364 ਅੰਗ ਦੇ ਉੱਤੇ ਹੈ। 7ਵਾਂ ਸ਼ਲੋਕ ਮੈਂ ਬੋਲਿਆ ਜਿਹੜਾ, ਇਹ ਕਬੀਰ ਜੀ ਦੇ ਤਾਂ ਪਹਿਲਾਂ ਤੋਂ ਲੈ ਲਈ ਆਪਾਂ, 5-8-10 ਸ਼ਲੋਕ ਹੈਗੇ, ਬਹੁਤ ਕਮਾਲ ਦੇ ਆ। ਇਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਰਹੱਸ ਆਏਗਾ ਔਰ ਪਤਾ ਲੱਗੇਗਾ ਬਈ ਹੈ ਕੀ ਗੇਮ। 1364 ਅੰਗ 'ਤੇ ਹੀ ਹੈ। ਇੱਥੋਂ ਸ਼ੁਰੂ ਹੁੰਦੇ ਸ਼ਲੋਕ, ਭਗਤ ਕਬੀਰ ਜੀਓ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਅਸੀਂ ਇੱਥੋਂ ਸ਼ੁਰੂ ਕਰ ਰਹੇ ਹਾਂ ਜੀ, ਕੱਕਾ ਮੰਮਾ ਸੱਸਾ ਤੇ ਰਾਰਾ, 4 ਅੱਖਰ ਪਾ ਲਓ ਆ ਜਾਏਗਾ, ਕੱਕਾ ਮੰਮਾ ਸੱਸਾ ਤੇ ਰਾਰਾ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਕਬੀਰ ਜੀ ਕਹਿੰਦੇ ਮੇਰੀ ਸਿਮਰਨੀ ਕੀ ਹੈਗੀ? ਕਹਿੰਦੇ ਮੇਰੀ ਸਿਮਰਨੀ ਹੈ ਪਰਮਾਤਮਾ ਦਾ ਧਿਆਨ, ਪਰਮਾਤਮਾ ਦਾ ਸਮਰਨ। ਮੇਰੀ ਰਸਨਾ ਦੇ ਉੱਤੇ ਮਾਲਕ ਆ। ਰਸਨਾ ਕਿਹੜੀ? ਰਸਨਾ ਸੁਰਤ ਆ ਆਪਣੀ, ਸੁਰਤ। ਇਹ ਖਾਲੀ ਬਾਹਰਲੀ ਜੀਭ ਦੀ ਗੱਲ ਨਹੀਂ ਕਰ ਰਹੇ। ਮੇਰੀ ਸੁਰਤ
अवतार जी तुसी कैमरा बंद कर दो प्लीज़। कबीर मेरी सिमरनी रसना ऊपर राम, कबीर मेरी सिमरनी रसना ऊपर राम, आहत जुगादी सगल भगत ताको सुख विश्राम। अवतार सिंह जी तुसी कैमरा बंद कर दो जे तुसी मेरी आवाज़ सुन रहे हो तो। कबीर मेरी सिमरनी रसना ऊपर राम, आद जुगादी सगल भगत ताको सुख विश्राम। ਕਹਿੰਦੇ ਰਸਨਾ ਜਿਹੜੀ ਹੈ ਮੇਰੀ ਸੁਰਤ ਦੇ ਵਿੱਚ ਪਰਮੇਸ਼ਰ ਦੀ ਯਾਦ ਆ ਗਈ। ਮਾਲਕ ਮੇਰੀ ਸੁਰਤ ਆਤਮਾ ਦੇ ਵੱਲ ਨੂੰ ਤੁਰ ਪਈ। ਮੈਨੂੰ ਆਪਣੇ ਆਪ ਦਾ ਪਤਾ ਲੱਗਿਆ ਵੀ ਮੈਂ ਤਾਂ ਆਤਮਾ ਹੈਗਾ, ਮੈਂ ਤਾਂ ਸਰੀਰ ਨਹੀਂ ਹੈਗਾ। ਜਦ ਮੈਂ ਆਪਣੀ ਜਿਹੜੀ ਹਉਮੈ ਜਿਹੜੀ ਹੈ, ਜਿਹੜਾ ਕਿ ਮੈਂ ਐਵੇਂ ਹੀ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਹੈਗਾ ਫਾਲਸ ਹੀ ਜਿਹੜਾ ਹੈਗਾ ਆਪਣੇ ਆਪ ਨੂੰ ਆਪਣੀ ਆਈਡੈਂਟੀਫਿਕੇਸ਼ਨ ਬਣਾ ਕੇ ਬੈਠਾ ਸੀਗਾ। ਮੇਰੀ ਰਸਨਾ ਉੱਪਰ ਰਾਮ, ਰਸਨਾ ਸੁਰਤ ਮੈਨੂੰ ਪਾਲਕ ਪਰਮਾਤਮਾ ਦੀ, ਮੇਰੀ ਸੁਰਤ ਆਤਮਾ ਵੱਲ ਨੂੰ ਤੁਰਨ ਲੱਗ ਪਈ। ਮੈਂ ਰਿਵਰਸ ਕਰ ਲਈ, ਯੂ ਟਰਨ ਲੈ ਲਿਆ। ਆਦ ਜੁਗਾਦੀ ਸਗਲ ਭਗਤ, ਆਦ ਤੋਂ ਲੈ ਕੇ ਜੁਗਾਂ ਤੋਂ, ਜੁਗ ਵੀ ਬਣੇ ਨਹੀਂ ਉਦੋਂ ਤੋਂ, ਜਿਹੜੇ ਸਾਰੇ ਭਗਤ ਜਿਹੜੇ ਹੈਗੇ ਉਹਨਾਂ ਦੀ ਰਸਨਾ ਦੇ ਉੱਤੇ ਇਹੀ ਰਾਮ ਆਉਂਦਾ ਹੈ। ਉਹਨਾਂ ਦੀ ਸੁਰਤ ਦੇ ਵਿੱਚ ਇਹੀ ਰਾਮ, ਇਹੀ ਧਿਆਨ। ਇਹ ਕੋਈ ਅੱਖਰ ਨਹੀਂ ਹੈਗਾ, ਪਰਮੇਸ਼ਰ ਦਾ ਨਾਮ। ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਹਿੰਦੇ ਉਹਨਾਂ ਨੂੰ ਸੁਖ ਦੇ ਵਿੱਚ ਵਿਸ਼ਰਾਮ ਕਰਾਉਣ ਵਾਲਾ ਕੀ ਹੈ? ਇਹੀ ਧਿਆਨ ਹੈਗਾ, ਇਹੀ ਧਿਆਨ ਹੈ, ਇਹੀ ਸਮਰਨ ਹੈਗਾ। ਉਹ ਮਾਲਕ ਪਰਮਾਤਮਾ ਦਾ ਸਮਰਨ, ਧਿਆਨ। ਇੱਥੋਂ ਕਬੀਰ ਜੀ ਦੇ ਸ਼ਬਦ ਸ਼ਲੋਕ ਸ਼ੁਰੂ ਹੋਏ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਕਹਿੰਦੇ ਮੇਰੀ ਜਾਤ ਜਿਹੜੀ, ਮੈਂ ਤਾਂ ਬਹੁਤ ਨੀਵਾਂ, ਬਹੁਤ ਹੀ ਗਰੀਬ ਹੈਗਾ ਆ। ਔਰ ਜੁਲਾਹੇ ਬਾਹਰਲੀ ਜਾਤ ਜੁਲਾਹੇ ਦੀ ਸੀਗੀ। ਕਹਿੰਦੇ ਸਾਰੇ ਹੱਸਦੇ ਆ, ਸਾਰੇ ਹੱਸਦੇ ਆ ਮੇਰੀ ਜਾਤ ਨੂੰ। ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਣਹਾਰ। ਕਹਿੰਦੇ ਮੈਂ ਤਾਂ ਬਲਿਹਾਰਿਆਂ ਮਾਲਕਾ, ਬਲਿਹਾਰਿਆਂ ਤੂੰ ਮੈਨੂੰ ਇਸ ਜਾਤ ਦੇ ਵਿੱਚ ਦਿੱਤਾ। ਇੱਥੇ ਮੈਨੂੰ ਆ ਸਰੀਰ, ਆ ਜਗ੍ਹਾ 'ਤੇ ਮੈਨੂੰ ਜਿਹੜਾ ਹੈਗਾ ਜਨਮ ਦਿੱਤਾ ਹੈ, ਆ ਸਰੀਰ ਦਿੱਤਾ ਹੈ। ਇਸ ਜਾਤ ਦੇ ਵਿੱਚ ਜਿਹੜਾ ਹੈਗਾ, ਮੈਂ ਇਸ ਜਾਤ ਦੇ ਵਿੱਚ ਰਹਿ ਕੇ ਔਰ ਤੈਨੂੰ ਜਿਹੜਾ ਹੈਗਾ ਤੈਨੂੰ ਸਮਰਨ ਕਰ ਲਿਆ ਮਾਲਕਾ। ਇਸ ਤੋਂ ਉੱਪਰ ਕਾਹਦੀ ਜਾਤ ਹੁੰਦੀ ਹੈ? कबीर डगमग क्या करें कहाँ डुलावें जियो, सर्व सुख को नायको राम नाम रस पियो। ਕਹਿੰਦੇ ਕਬੀਰ ਮਤਲਬ ਆਪਾਂ ਨੂੰ ਸੰਬੋਧਨ ਕਰ ਰਹੇ ਆ। ਇੱਧਰ ਉੱਧਰ ਕਿਉਂ ਡੋਲ ਰਹੇ ਆ? ਕਦੀ ਇੱਧਰ ਕਦੀ ਉੱਧਰ ਕਿਉਂ ਆਪਣੇ ਜੀਓ ਨੂੰ ਜਿਹੜਾ ਹੈਗਾ ਡੋਲਾ ਰਹੇ ਆ ਮਾਇਆ ਦੇ ਵਿੱਚ? ਸਾਰੇ ਸੁੱਖਾਂ ਦਾ ਨਾਇਕ ਜਿਹੜਾ ਹੈਗਾ ਪਰਮੇਸ਼ਰ ਹੈਗਾ। ਉਹਦਾ ਨਾਮ, ਉਹਦਾ ਧਿਆਨ ਸਾਰੇ ਸੁੱਖ ਦੇਣ ਵਾਲਾ ਹੈ। ਅੰਮ੍ਰਿਤ ਰਸ ਉੱਥੋਂ ਹੀ ਆ ਜਾਣਾ। ਇਹ ਧਿਆਨ ਦੇ ਨਾਲ ਹੀ ਅੰਮ੍ਰਿਤ ਰਸ ਆ ਜਾਣਾ। ਜਦ ਤੂੰ ਆਪਣੇ ਨਾਲ ਬੈਠ ਗਿਆ, ਆਪਣੀ ਆਤਮਾ ਦੇ ਨਾਲ ਬੈਠ ਗਿਆ। कबीर डगमग क्या करें कहाँ डुलावें जियो, सर्व सुख को नायको राम नाम रस पियो। कबीर कंचन के कुंडल बने ऊपर लाल जड़ाओ, दिसे दादे कान ज्यों जिन मन नाही नाओ। ਕਹਿੰਦੇ ਜਿਹੜੇ ਅਮੀਰ ਹੈਗੇ, ਕਹਿੰਦੇ ਮੈਂ ਤਾਂ ਗਰੀਬ ਬਹੁਤ ਵਧੀਆ ਹਾਂ ਮਾਲਕਾ, ਤੇਰੀ ਯਾਦ ਹੈ ਮੇਰੇ ਕੋਲ, ਮੈਂ ਆਪਣੀ ਆਤਮਾ ਦੇ ਨਾਲ ਬੈਠਾ ਹਾਂ, ਤੇਰੇ ਨਾਲ ਬੈਠਾ ਹਾਂ। ਕਹਿੰਦੇ ਜੇ ਅਮੀਰ ਲੋਕੀ ਜਿਹੜੇ ਹੁੰਦੇ ਆ, ਸੋਨੇ ਦੇ ਕੁੰਡਲ, ਕੰਚਨ ਕਹਿੰਦੇ ਸੋਨੇ ਨੂੰ, ਸੋਨੇ ਦੇ ਬਾਲੇ ਪਾਏ, ਸੋਨੇ ਦੇ ਗਹਿਣੇ ਪਾਏ, ਉੱਪਰ ਲਾਲ ਹੀਰੇ ਲਾਲ ਜੜੇ ਹੋਏ ਜਿਹੜੇ ਹੈਗੇ। ਕਹਿੰਦੇ ਉਹ ਜੇ ਉਹਨਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ ਤੇ ਉਹ ਤਾਂ ਦੀਸੇ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਉ। ਕਹਿੰਦੇ ਦਾਦੇ ਕਹਿੰਦੇ ਸੜੇ ਹੋਏ। ਕਦੀ ਜਿਹੜਾ ਨਾ ਜੰਗਲ ਦੇ ਵਿੱਚ ਕਿਤੇ ਪਿੰਡ ਦੇ ਵਿੱਚ ਕਿਸੇ ਨੇ ਦੇਖਿਆ ਹੋਏ ਵੀ ਜਦ ਸਰਕੰਡਾ ਜਿਹਨੂੰ ਕਹਿੰਦੇ ਆ, ਜਿਹਨੂੰ ਉਹਨੂੰ ਅੱਗ ਲਗਾਉਂਦੇ ਆ ਆਪਾਂ, ਇਹ ਨਹਿਰ ਨੂਰ ਦੇ ਜਾਂ ਹੋਰ ਜਿਹੜੇ ਕੁੱਸੀਆਂ ਦੇ ਕੰਢਿਆਂ 'ਤੇ ਹੁੰਦਾ, ਜਿੱਥੇ ਘਾਹ ਘੂ ਆਪਾਂ ਜਿਹੜੇ ਜ਼ਿਆਦਾ ਮਤਲਬ ਜਿਹੜੇ ਨਹੀਂ ਉਹ ਕਰਦੇ, ਅਤੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਸਰਕੰਡੇ ਨੂੰ, ਅਤੇ ਸਰਕੰਡਾ ਜਿਹੜਾ ਹੈਗਾ ਨਾ ਉਹਦਾ ਆਊਟਰ ਜਿਹੜੀ ਹੈਗੀ ਸਕਿਨ ਜਿਹੜੀ ਹੈਗੀ ਉਹ ਉਸੇ ਤਰ੍ਹਾਂ ਚਿੱਟੀ ਦੀ ਚਿੱਟੀ ਬੜੀ ਚਮਕਦੀ ਰਹਿੰਦੀ ਹੈ, ਔਰ ਅੰਦਰ ਉਹਦੇ ਅੱਗ ਫਿਰ ਜਾਂਦੀ ਹੈ। ਉਹਦੇ ਅੰਦਰ ਪਾਈਪ ਦੇ ਅੰਦਰ ਅੱਗ ਫਿਰ ਜਾਂਦੀ ਹੈ, ਪਾਈਪ ਦੇ ਅੰਦਰ ਸੁਆਹ ਹੋ ਜਾਂਦੀ ਹੈ,
ਔਰ ਆਊਟਰ ਸਕਿਨ ਜਿਹੜੀ ਆ ਉਸ ਤਰ੍ਹਾਂ ਹੀ ਖੜਾ ਰਹਿੰਦਾ ਹੈ ਉਹ ਸਰਕੰਡਾ। ਉਹ ਕਾਨਾ ਜਿਹੜਾ ਹੈਗਾ ਜਿਹਦੀਆਂ ਕਲਮਾਂ ਬਣਦੀਆਂ ਸੀ ਪਹਿਲਾਂ, ਕਹਿੰਦੇ ਉਹ ਤਾਂ ਇਸ ਤਰ੍ਹਾਂ ਆ ਭਾਈ ਜਿਹੜੇ ਅਮੀਰ ਹੈਗੇ ਆ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਆ, ਕਹਿੰਦੇ ਬਾਹਰੋਂ ਅਮੀਰੀ ਦਿਸ ਰਹੀ ਆ ਉਹਨਾਂ ਦੀ, ਔਰ ਅੰਦਰ ਕਹਿੰਦੇ ਆ ਬਸ ਸੁਆਇਆ ਆ ਭਾਈ, ਸੜ ਗਏ ਅੰਦਰੋਂ, ਉਹਨਾਂ ਦਾ ਜੀਵਨ ਸੜ ਗਿਆ। ਦਿਸੇ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ, ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਇੱਥੇ ਨੁਕਤਾ ਹੈਗਾ ਭਾਈ, ਆਹ ਹੈਗੀ ਜਿਹੜੀ ਗੇਮ, ਜੀਵਤ ਮਿਰਤਕ ਹੋਏ। ਕਹਿੰਦੇ ਇੱਕ ਅੱਧਾ ਏਕ ਆਦ, ਇੱਕ ਦੀ ਵੀ ਗਰੰਟੀ ਨਹੀਂ ਹੈ। ਕਹਿੰਦੇ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ, ਮਤਲਬ ਬਹੁਤ ਰੇਅਰ ਆ। ਆਪਣੇ ਆਪ ਨੂੰ ਜਿਹੜਾ ਹੈਗਾ ਸਾਰਿਆਂ ਦੇ ਚਰਨਾਂ ਦੀ ਧੂੜ ਸਮਝਣਾ, ਕਹਿੰਦੇ ਇੰਪੋਸੀਬਲ ਹੈ, ਬਹੁਤ ਮੁਸ਼ਕਿਲ ਆ, ਬਹੁਤ ਮੁਸ਼ਕਿਲ ਹੈ। ਔਰ ਇੱਥੇ ਹੀ ਗੇਮ ਹੈ ਸਾਰੀ ਦੀ ਸਾਰੀ, ਇਹੀ ਗੇਮ ਹੈ ਭਾਈ। ਇੱਥੇ ਹੀ ਆਹੀ ਚੀਜ਼ ਲੈਣੀ ਪਊਗੀ, ਲਾਜ਼ਮੀ ਲੈਣੀ ਪਊਗੀ, ਭਾਵੇਂ ਆਹ ਜਨਮ ਗਵਾ ਲਓ, ਸੈਂਕੜੋਂ ਜਨਮ ਗਵਾ ਲਓ, ਗੱਲ ਇੱਥੇ ਹੀ ਆ ਕੇ ਬਣਨੀ ਹੈ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਕਿਉਂ ਜੀਵਤ ਮਿਰਤਕ ਕਿਉਂ? ਨਹੀਂ ਤਾਂ ਫਿਰ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਫਸ ਗਏ ਨੈਗੇਟਿਵਿਟੀ ਦੇ ਨਾਲ। ਉਹ ਨੈਗੇਟਿਵਿਟੀ ਦਾ ਐਸਾ ਫਿਲਟਰ ਹੈ ਆਪਾਂ ਨੂੰ, ਜੇ ਕੋਈ ਇਨਸਾਨ ਜਿਹੜਾ ਹੈਗਾ, ਜੇ ਕੋਈ ਗਰੀਬ ਜਿਹੜਾ ਹੈਗਾ, ਜੇ ਕੋਈ ਗਰੀਬੀ ਦੇ ਵਿੱਚ ਜਾਂ ਜਿਹੜਾ ਹੈਗਾ ਪੋਜ਼ੀਟਿਵਿਟੀ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਦਾ, ਆਪਾਂ ਨੂੰ ਉਹ ਚੰਗਾ ਨਹੀਂ ਲੱਗਦਾ। ਆਪਾਂ ਨੂੰ ਲੱਗਦਾ, ਆਪਾਂ ਕਹਿੰਦੇ ਇਹ ਕੀ ਇਨਸਾਨ ਹੈਗਾ, ਇਹਦਾ ਕੀ ਜਿਹੜਾ ਹੈਗਾ ਇਹਦਾ ਕੀ ਸਟੇਟਸ ਹੈਗਾ, ਇਹ ਤਾਂ ਐਵੇਂ ਹੀ ਲਿਟੀ ਜਾਂਦਾ ਹੈ, ਐਵੇਂ ਹੀ ਜਿਹੜਾ ਹੈਗਾ ਦੇਖੋ ਇਹਦੀ ਕੋਈ ਇੱਜ਼ਤ ਹੀ ਨਹੀਂ ਹੈਗੀ। ਵਾਹ ਬਈ ਵਾਹ, ਉਹ ਤਾਂ ਭਾਈ ਫਿਰ ਵੀ ਜਿਹੜਾ ਹੈਗਾ ਗੁਣ ਲੈ ਰਿਹਾ ਆ, ਤੇ ਤੁਸੀਂ ਜਿਹੜੇ ਹੈਗੇ ਤੁਸੀਂ ਤਾਂ ਪੂਰੇ ਨੈਗੇਟਿਵ ਹੋ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਇੱਕ ਅੱਧਾ ਐਸਾ ਹੁੰਦਾ ਜਿਹੜਾ ਜਿਉਂਦੇ ਜੀ ਮਰਦਾ ਹੈ ਭਾਈ। ਇਹ ਫਿਲਟਰ ਲਾਵਾਂਗੇ ਆਪਾਂ, ਇਹ ਨੈਗੇਟਿਵਿਟੀ ਦਾ ਫਿਲਟਰ ਹਟਾਵਾਂਗੇ ਭਾਈ, ਆਪਣੇ ਆਪ ਨੂੰ ਜਿਹੜਾ ਹੈਗਾ ਹਉਮੈ ਦਾ ਫਿਲਟਰ, ਇਹਨੂੰ ਹਉਮੈ ਕਹਿੰਦੇ ਆ। ਇਹ ਨੈਗੇਟਿਵਿਟੀ ਦਾ ਮਤਲਬ ਹਉਮੈ, ਇਹ ਹਉਮੈ ਹਟੂਗੀ ਤਾਂ ਗੱਲ ਬਣਨੀ ਹੈ ਭਾਈ, ਤਾਂ ਗੱਲ ਬਣਨੀ ਹੈ। ਇਸੇ ਦੇ ਵਾਸਤੇ ਜਨਮ ਮਿਲਿਆ ਹੋਇਆ ਆਪਾਂ ਨੂੰ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋਂ ਤਤ ਸੋਏ। ਕਹਿੰਦੇ ਉਹ ਨਿਰਭੈ ਹੋ ਜਾਏਗਾ ਭਾਈ, ਉਹ ਨਿਰਭੈ ਹੋ ਜਾਏਗਾ। ਜਿਹਦੇ ਆਪਣਾ ਐਗਜ਼ਿਸਟੈਂਸ ਹੀ ਨਹੀਂ ਹੈ ਉਹਨੂੰ ਕਾਹਦਾ ਪੈ ਹੈਗਾ। ਨਿਰਭੈ ਜਿਹਦੇ ਕੋਲ ਕੋਈ ਨੈਗੇਟਿਵਿਟੀ ਨਹੀਂ ਹੈਗੀ, ਉਹ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਉੱਥੇ ਨਾਮ ਆ ਜਾਏਗਾ, ਉੱਥੇ ਅੰਮ੍ਰਿਤ ਰਸ ਆ ਜਾਏਗਾ, ਉੱਥੇ ਸਾਰਾ ਕੁਛ ਆ ਜਾਏਗਾ, ਉੱਥੇ ਗੇਮ ਪੂਰੀ ਹੋ ਜਾਏਗੀ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ, ਨਿਰਭੈ ਹੋਏ ਕਹਿ ਗੁਣ ਰਵੈ, ਜਤ ਪੇਖੋਂ ਤਤ ਸੋਏ। ਕਬੀਰ ਜਾ ਦਿਨ ਹਉਮ ਹੁਆ, ਪਾਛੇ ਪਿਆ ਆਨੰਦ। ਵਾਹ ਬਈ ਵਾਹ, ਕਹਿੰਦੇ ਜਿਸ ਸਮੇਂ ਇਨਸਾਨ ਨੇ ਜਿਹੜਾ ਹੈਗਾ ਇਸ ਦੇ ਉੱਤੇ ਵਰਕਆਊਟ ਕਰਨਾ ਸ਼ੁਰੂ ਕਰਤਾ ਵੀ ਮੈਂ ਕੁਛ ਨਹੀਂ ਹੈਗਾ, ਮੇਰੀ ਕੋਈ ਹਸਤੀ ਨਹੀਂ ਹੈਗੀ, ਮੈਂ ਸਭ ਤੋਂ ਨਹੀਂ ਮਾਇਆ, ਬਸ ਕਹਿੰਦੇ ਫਿਰ ਤਾਂ ਉਸੇ ਟਾਈਮ ਆਨੰਦ ਸ਼ੁਰੂ ਹੋ ਗਿਆ। ਕਿਹੜਾ ਸ਼ੁਰੂ ਹੋ ਗਿਆ? ਰਿਵਰਸ ਹੋ ਗਈ ਗੇਮ। ਉਸੇ ਟਾਈਮ ਜਿਹੜਾ ਹੈ ਰਿਵਰਸ ਹੋ ਗਈ, ਉਸੇ ਟਾਈਮ ਸੁੱਖ ਹੋਣੇ ਸ਼ੁਰੂ ਹੋ ਜਾਣਗੇ, ਮਾਨਸਿਕ ਸੁੱਖ, ਸਰੀਰਕ ਸੁੱਖ, ਸਾਰੇ ਸੁੱਖ, ਬਸ ਜਿਹੜੀ ਦੁੱਖ ਤਕਲੀਫਾਂ ਜਿਹੜੀਆਂ ਉਸੇ ਟਾਈਮ ਘਟ ਜਾਣਗੀਆਂ। ਕਬੀਰ ਜਾ ਦਿਨ ਹਉਮ ਹੁਆ, ਪਾਛੇ ਪਾਇਆ ਆਨੰਦ, ਮੋਹਿ ਮਿਲਿਓ ਪ੍ਰਭ ਆਪਣਾ, ਸੰਗੀ ਭਜੇ ਗੋਬਿੰਦ। ਮੈਨੂੰ ਉਹ ਮਾਲਕ ਪਰਮਾਤਮਾ, ਦੇਖੋ ਮਾਲਕ ਹੀ ਮਿਲ ਗਿਆ, ਕਹਿੰਦੇ ਮੇਰਾ ਪਿਆਰਾ ਪਰਮਾਤਮਾ ਮੈਨੂੰ ਮਿਲ ਗਿਆ, ਔਰ ਸੰਗੀ ਜਿਹੜੇ ਭਜਨ ਕਰ ਰਹੇ, ਸੰਗੀ ਵੀ ਲੱਗੇ ਹੋਏ ਆ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਦੇਖੋ 2 ਵਾਰੀ ਕਹਿ ਰਹੇ ਇੱਕੋ ਸ਼ਬਦ ਦੇ ਵਿੱਚ। ਪਹਿਲਾਂ ਕਹਿ ਰਹੇ ਸਾਰਿਆਂ ਤੋਂ ਮੈਂ ਬੁਰਾਇਆ ਪਾਏ, ਫਿਰ ਕਹਿੰਦੇ ਆ ਮੇਰੇ ਤੋਂ ਚੰਗੇ ਸਾਰੇ ਹੈਗੇ। ਸੈਕਿੰਡ ਟਾਈਮ ਫਿਰ ਕਹਿ ਰਹੇ। ਆ ਕਿਸੇ ਨੇ ਮਾਈਕ ਖੋਲ ਲਿਆ ਜੀ ਆਪਣਾ, ਰਾਜ ਸ਼ਾਇਦ ਕੁਝ ਕਹਿਣਾ ਚਾਹੁੰਦੇ ਜੀ। ਰਾਜ, ਇੱਕ ਸੈਕਿੰਡ ਜੀ, ਮੈਂ ਬੰਦ ਕਰ ਦਿੰਦਾ।
ਸੁਖਵਿੰਦਰ ਜੀ ਹੈ ਨਹੀਂ ਅੱਜ ਸ਼ਾਇਦ। ਹਾਂ ਕਰਤਾ ਬਾਬਾ ਜੀ ਕਰਤਾ। ਓਕੇ ਜੀ, ਹਾਂ ਤੁਸੀਂ ਕਰ ਦਿਆ ਕਰੋ ਜੀ ਪੱਟੀ ਜੀ। ਠੀਕ ਹੈ ਠੀਕ ਹਾਂ ਹੈ। ਹਾਂਜੀ ਹਾਂਜੀ। ਕਬੀਰ, ਕਿਉਂਕਿ ਸੰਗਤ ਜਿਹੜੀ ਆ ਵਿਚਾਰੇ ਕਈ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਉਹ ਮਾਂ ਪਿਓ ਜਿਹੜੇ ਸੁਣਦੇ ਆ, ਬੱਚੇ ਲਾ ਦਿੰਦੇ ਆ, ਫਿਰ ਜਿਹੜੇ ਉਹ ਵਿਚਾਰੇ ਨਹੀਂ ਕਰ ਪਾਉਂਦੇ, ਇਸ ਕਰਕੇ। ਹਾਂਜੀ ਹਾਂਜੀ ਕੋਈ ਗੱਲ ਨਹੀਂ। ਹਾਂਜੀ ਹਾਂਜੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਦੇਖੋ ਇੱਥੇ ਗੇਮ ਪਈ ਹੋਈ ਆ ਸਾਰੀ ਦੀ ਸਾਰੀ। ਬਸ ਜੇ ਆਪਾਂ ਬਾਕੀ ਜੇ ਇਸ 'ਤੇ ਵਰਕਆਊਟ ਨਹੀਂ ਕਰ ਰਹੇ ਤੇ ਪਿਆਰਿਓ, ਆਪਾਂ ਤਾਂ ਫਿਰ ਇੱਧਰ ਉੱਧਰ ਜਿਹੜੇ ਹੈਗੇ, ਜਿੱਥੇ ਜਿਹੜਾ ਹੈਗਾ ਤਕਲੀਫ ਹੈਗੀ, ਉਹ ਤਕਲੀਫ ਦੀ ਜਗ੍ਹਾ ਛੱਡ ਕੇ ਆਪਾਂ ਇੱਧਰ ਉੱਧਰ ਦਵਾਈ ਲਾ ਰਹੇ ਹਾਂ, ਉਹਦੇ ਨਾਲ ਤਾਂ ਕੋਈ ਫਾਇਦਾ ਨਹੀਂ ਹੋਣਾ ਭਾਈ। ਇੱਥੇ ਬਿਮਾਰੀ ਇਸ ਜਗ੍ਹਾ 'ਤੇ ਹੈਗੀ। ਕਬੀਰ ਸਭ ਤੇ ਹਮ ਬੁਰੇ। ਜੇ ਕੋਈ ਕਿਸੇ ਤੋਂ ਚੰਗੇ ਹੁੰਦੇ ਤੇ ਕਬੀਰ ਜੀ ਦੱਸ ਜਾਂਦੇ ਆਪਾਂ ਭਾਈ, ਜਾਂ ਤਾਂ ਫਿਰ ਕਬੀਰ ਜੀ ਨੂੰ ਜਿਹੜਾ ਹੈਗਾ ਆਪਾਂ ਬ੍ਰਹਮ ਗਿਆਨੀ ਨਾ ਕਹੋ, ਫਿਰ ਜੇ ਉਹਨਾਂ ਦੀ ਗੱਲ ਨਹੀਂ ਮੰਨਣੀ ਆਪਾਂ ਨੇ ਤੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਨੂੰ ਛੱਡ ਕੇ ਕਹਿੰਦੇ ਸਾਰੇ ਭਲੇ ਆ ਭਾਈ। ਜਿਨੇ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਬਸ ਜਿਹਨੇ ਆਹ ਗੱਲ ਮੰਨ ਲਈ, ਕਹਿੰਦੇ ਉਹ ਮੇਰਾ ਜਿਹੜਾ ਸਤਸੰਗੀ ਹੈਗਾ, ਉਹ ਮੇਰਾ ਗੁਰ ਭਾਈ ਹੈਗਾ, ਉਹ ਮੇਰਾ ਗੁਰ ਭਾਈ ਗੁਰਹਾਈ ਹੈਗਾ, ਮੇਰਾ ਗੁਰਹਾਈ। कबीर सब ते हम बुरे, हम तज भलो सब कोय। जिने ऐसा कर बूझिया, मीत हमारा सोए। कबीर आए मुझे पे, अनक करे कर भेस। हम राखे गुरे आपने, उन्हें कीनो आदेश। की कह रहे कबीर जी? कबीर कह रहे बई मैनू गुरु का ज्ञान सीगा, मैनू ब्रह्म ज्ञान सीगा, ਮੇਰੇ ਕੋਲ ਵੀ ਇਹ ਹਉਮੈ ਆਈ ਸੀਗੀ, ਮੇਰੇ ਕੋਲ ਵੀ ਹਉਮੈ ਆਈ ਸੀ। ਬੜੇ ਭੇਖ ਕਰ ਕਰਕੇ ਆਏ, ਬੜੇ ਭੇਖ ਕਰ ਕਰਕੇ ਆਏ, ਤਰ੍ਹਾਂ ਤਰ੍ਹਾਂ ਦੇ ਤਰੀਕੇ ਦੇ ਨਾਲ ਇਹ ਹਉਮੈ ਮੇਰੇ ਅੰਦਰ ਜਿਹੜੀ ਹੈਗੀ ਆਪਣਾ ਘਰ ਕਰ ਰਹੀ ਸੀਗੀ। ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਭੇਸ। ਹਮ ਰਾਖੇ ਗੁਰੇ ਆਪਨੇ, ਉਹਨੇ ਕੀਨੋ ਆਦੇਸ਼। ਕਹਿੰਦੇ ਮੇਰੇ ਗੁਰੂ ਨੇ ਮੈਨੂੰ ਰੱਖ ਲਿਆ, ਮੇਰੇ ਗੁਰੂ ਨੇ ਮੈਨੂੰ ਰੱਖ ਲਿਆ। ਗੁਰੂ ਨੇ ਆਦੇਸ਼ ਕੀਤਾ ਮੈਨੂੰ। ਨਮਸਕਾਰ ਆਦੇਸ਼। ਉਹ ਕੀ ਕਰ ਗਈ? ਆਦੇਸ਼ ਦਾ ਮਤਲਬ ਜਿਹੜਾ ਹੁਕਮ ਨਹੀਂ ਹੁੰਦਾ, ਆਦੇਸ਼ ਦਾ ਮਤਲਬ ਹੁੰਦਾ ਨਮਸਕਾਰ। ਉਹ ਹਉਮੈ ਕੀ ਕਰ ਗਈ? ਬਈ ਭਾਈ ਆਹ ਤਾਂ ਇੱਥੋਂ ਚੱਲੀਏ ਆਪਾਂ, ਇਹ ਨਹੀਂ ਮੰਨਣ ਵਾਲਾ ਬੰਦਾ, ਇਹਦਾ ਗੁਰੂ ਤਗੜਾ ਹੈ ਭਾਈ, ਇਹਦੇ ਤੇ ਟਾਈਮ ਵੇਸਟ ਕਰਨਾ ਬੇਕਾਰ ਹੈਗਾ। आया आदेश। कबीर आई मुझे पै, अनेक करे कर भेस। हम राखे गुरे आपने, उन्हें कीनो आदेश। कबीर सोई मारिए, जे मुए सुख होए। कहते जिथे दवाई लानी है उत्थे ला ता, तू किधर किधर दवाई ला रहे हैं, की करी जा रहे हैं? मारन वाली तो हौमे हैगी है, इत्थे दवाई लाउण वाली है। कबीर सोई मारिए। ਹੁਣ ਜਿਹੜਾ ਸੱਪ ਜਿਹੜਾ ਚਲਾ ਗਿਆ ਉੱਥੇ, ਉਹਦੀ ਡੁੱਡ ਜਿਹੜੀ ਹੈ, ਉਹਦੀ ਖੁੱਡ ਜਿਹੜੀ ਹੈ, ਉਹਨੂੰ ਜਿਹੜੀ ਹੈ ਕੁੱਟੀ ਜਾ ਰਹੇ ਆਪਾਂ। ਮਨ ਪਤੰਦਰ ਜਿਹੜਾ ਹੈਗਾ ਹਉਮੈ ਨੂੰ ਵਰਕਆਊਟ ਨਹੀਂ ਕਰ ਰਹੇ ਆਪਾਂ। ਕਬੀਰ ਸੋਈ ਮਾਰੀਏ, ਜੇ ਮੂਏ ਸੁਖ ਹੋਏ। ਉਹਦੇ ਨਾਲ ਸੁਖ ਹੋਣਾ ਹੈ ਭਾਈ। ਹਉਮੈ ਜਾਏਗੀ ਤੇ ਸੁਖ ਹੋਏਗਾ। ਇਹ ਸੁਖ ਨੂੰ ਰੋਕ ਕੇ ਬੈਠੀ ਹੋਈ ਆ। ਆਪਾਂ ਬੜੇ ਜਿਹੜੇ ਹੈਗੇ ਸਮਝ ਰਹੇ ਹਾਂ, ਮੇਰਾ ਬੜਾ ਜਿਹੜਾ ਹੈਗਾ, ਮੇਰਾ ਬੜਾ ਰੋਬ ਹੈਗਾ, ਮੈਂ ਜਿਹੜਾ ਹੈਗਾ, ਮੈਂ ਤਾਂ ਬਿਲਕੁਲ ਜਿਹੜਾ ਹੈਗਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ। ਬੋਲ ਕੇ ਤਾਂ ਦੇਖੇ, ਕੋਈ ਕੁਸ ਕੇ ਤਾਂ ਦੇਖੇ। ਬਥੇਰਾ ਹੋ ਗਿਆ, ਬਥੇਰਾ ਕਰ ਲਿਆ, ਬਸ ਆ ਬੜਕਾਂ ਅੰਦਰੋਂ ਚੱਲਦੀਆਂ ਹੈ ਭਾਈ। ਕਬੀਰ ਸੋਈ ਮਾਰੀਏ, ਜੇ ਮੂਏ ਸੁਖ ਹੋਏ। ਭਲੋ ਭਲੋ ਸਭ ਕੋ ਕਹੇ, ਬੁਰੋ ਨਾ ਮਾਨੇ ਕੋਏ। ਦੇਖ ਲਓ ਪਿਆਰੇ, ਨਿਮਰਤਾ ਧਾਰ ਕਰ ਲਓ, ਇਹ ਹਉਮੈ ਨੂੰ ਜ਼ੀਰੋ ਕਰ ਦਿਓ। ਸਾਰਿਆਂ ਦੀ ਚਰਨ ਤੁਰ, ਸਾਰਿਆਂ ਦੀ ਕਿਸੇ ਨਾਲ ਵੀ ਨਾ ਜਿਹੜਾ ਹੈਗਾ ਖਾਓ, ਕਿਸੇ ਨੂੰ ਵੀ ਮਾੜਾ ਨਾ ਸਮਝੋ, ਕਿਸੇ ਦੇ ਵੱਲ ਨੈਗੇਟਿਵ ਵੇਵ ਨਾ ਛੱਡੋ। ਦੁਨੀਆ ਭਲਾ ਭਲਾ ਕਹੂਗੀ, ਦੁਨੀਆ ਭਲਾ ਭਲਾ ਕਹੂਗੀ। ਦੁਸ਼ਮਣ ਜਿਹੜੇ ਸੀ ਸਾਰੇ ਦੋਸਤ ਹੋ ਜਾਣਗੇ, ਜਿਨ੍ਹਾਂ ਨੂੰ ਆਪਾਂ ਦੁਸ਼ਮਣ ਬਣਾਇਆ ਹੋਇਆ, ਜਿਨ੍ਹਾਂ ਨੂੰ ਆਪਾਂ ਦੁਸ਼ਮਣ ਧਾਰਿਆ ਸੀ, ਸਾਰੇ ਉਹ ਵੀ ਭਲਾ ਭੁਲੋ ਕਹਿਣ ਲੱਗ ਜਾਣਗੇ।
ਬਾਣੀ ਕਬੀਰ ਜੀ ਦੀ ਸਰਟੀਫਾਈ ਕਰ ਰਹੀ ਹੈ, ਭਾਈ ਆਪਾਂ ਤਾਂ ਕਬੀਰ ਜੀ ਨੂੰ ਫੜ ਲੈਣਾ ਬਈ ਕਬੀਰ ਜੀ ਤੁਸੀਂ ਤਾਂ ਆਹ ਕਹਿ ਰਹੇ ਸੀ। ਕਰਕੇ ਤਾਂ ਦੇਖੀਏ, ਆਪਾਂ ਪ੍ਰੈਕਟੀਕਲ ਤਾਂ ਕਰੀਏ, ਝੂਠਾ ਤਾਂ ਕਰੀਏ ਕਬੀਰ ਜੀ ਨੂੰ। ਖਾਲੀ ਗੱਲਾਂ ਬਾਤਾਂ ਦੇ ਨਾਲ ਤਾਂ ਗੱਲ ਬਣਨੀ ਨਹੀਂ ਹੈ ਭਾਈ। ਕਬੀਰ ਸੋਈ ਮਾਰੀਏ ਜੇ ਮੂਹੈ ਸੁਖ ਹੋਏ, ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੇ ਕੋਏ। ਕਹਿੰਦੇ ਕੋਈ ਵੀ ਬੁਰਾ ਨਹੀਂ ਮੰਨਦਾ ਉਹਦਾ। ਐਸਾ ਜਿਹੜਾ ਗਰੀਬ ਹੈ, ਜਿਹੜਾ ਸਾਰਿਆਂ ਨੂੰ ਰਿਸਪੈਕਟ ਦਿੰਦਾ, ਜਿਹੜਾ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਸਮਝਦਾ, ਉਹ ਤਾਂ ਬੱਚੇ ਵੀ ਖੁਸ਼ ਰਹਿੰਦੇ ਉਹਦੇ ਤੋਂ, ਤਾਂ ਦੁਨੀਆ ਖੁਸ਼ ਰਹਿੰਦੀ ਹੈ, ਜਾਨਵਰ ਖੁਸ਼ ਰਹਿੰਦੇ ਆ ਉਸ ਤੋਂ, ਐਸੇ ਇਨਸਾਨ ਤੋਂ। ਤਾਂ ਐਸਾ ਦਇਆ ਉਹਦੇ ਅੰਦਰ ਦਇਆ ਰਹਿੰਦੀ ਹਰੇਕ ਦੇ ਵਾਸਤੇ। ਇੱਥੇ ਤੱਕ ਸੀਗੇ, ਅੱਗੇ ਤਾਂ ਫਿਰ ਹੋਰ ਸ਼ੁਰੂ ਅੰਦਰ ਕਬੀਰ ਜੀ ਦਾ ਇਹ ਜਿਹੜਾ ਹੈਗਾ, ਦੇਖੋ ਆਹ ਹੈਗੀ ਮੇਨ ਜਿਹੜੀ ਹੈਗੀ ਮੇਨ ਪ੍ਰੋਬਲਮ ਜਿਹੜੀ ਹੈਗੀ। ਆਪਾਂ ਨੂੰ ਜੇ ਪਤਾ ਰਹੇ ਵੀ ਆਹ ਹੈਗਾ ਮੇਰਾ ਟਾਰਗੇਟ, ਇਹਦੇ ਵਾਸਤੇ ਹੁਣ ਜਿਹੜਾ ਸ਼ਬਦ ਅੱਜ ਜਿਹੜੇ ਹੈਗੇ, ਅੱਜ ਦਾ ਗਿਆਨ ਆਪਾਂ ਸ਼ੁਰੂ ਕਰ ਰਹੇ ਹਾਂ। ਸੋਠ ਮਹਲਾ ਪੰਜਵਾਂ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ। ਅਸੀਂ 618 ਅੰਕ ਦੇ ਉੱਤੇ ਹੈਗੇ ਜੀ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ। ਕਿ ਮਾਲਕਾ ਮੇਰੇ ਕੋਲੋਂ ਤਾਂ ਹਉਮੈ ਜਾਂਦੀ ਨਹੀਂ ਆ, ਤੈਨੂੰ ਪਤਾ ਹੈ ਮੇਰੇ ਅੰਦਰ ਦਾ ਸਾਰਾ, ਤੈਨੂੰ ਪਤਾ ਹੈ ਮੇਰੇ ਅੰਦਰ ਦਾ ਸਾਰਾ। ਇਹ ਨਹੀਂ ਜਾ ਰਹੀ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਬਰਕਰਾਰ ਹੈਗੇ। ਰਾਗ ਦੁਆਸ਼, ਰਾਗ ਕਿਸੇ ਨਾਲ ਪਿਆਰ, ਕਿਸੇ ਨਾਲ ਦੁਆਸ਼, ਇਹ ਸਾਰੇ ਦੇ ਸਾਰਾ ਉੱਚਾ ਨੀਵਾਂ ਇਹ ਬਰਕਰਾਰ ਹੈ ਸਾਰੀ। ਇਸੇ ਦੇ ਨਾਲ ਵਿਚਾਰ ਚੱਲਣੇ ਆ, ਇਸੇ ਦੇ ਵਿੱਚ ਆਪਾਂ ਨੇ ਇਸੇ ਦੇ ਵਿੱਚ ਆਪਾਂ ਨੂੰ ਜਿਹੜੇ ਐਂਜ਼ਾਈਟੀ ਆਉਣੀ ਆ, ਇਸੇ ਦੇ ਨਾਲ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਸਾੜਾ ਪੈਦਾ ਹੋਣਾ ਹੈ, ਇਸੇ ਦੇ ਨਾਲ ਮਾਨਸਿਕ ਰੋਗ, ਸਰੀਰਕ ਰੋਗ ਉਹ ਰਿਫਲੈਕਟ ਹੋ ਜਾਂਦਾ। ਮਨ ਦਾ ਰਿਫਲੈਕਸ਼ਨ ਸਰੀਰ ਤੇ ਆ ਜਾਂਦਾ ਹੈ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ। ਕਹਿੰਦੇ ਤੂੰ ਮਾਲਕਾ ਪਾਉਣ ਵਾਲਾ ਹੈ ਸਾਰੀ ਗੇਮ, ਇਹ ਹਉਮੈ ਵਾਲੀ ਹੈ ਸਾਰੀ ਇਹ ਖੇਡ। ਹਉਮੈ ਤਾਂ ਪਾਈ ਹੈ ਮਾਲਕ ਪਰਮਾਤਮਾ ਨੇ, ਆਹੀ ਤਾਂ ਪਾਈ ਹੋਈ ਆਪਣੇ ਆਪ ਨੂੰ ਜਿਹੜਾ ਹੈਗਾ ਆਪਾਂ ਚੰਗਾ ਸਮਝਦੇ ਹਾਂ ਸਾਰਿਆਂ ਤੋਂ। ਇਹੀ ਤਾਂ ਖੇਡ ਹੈਗੀ ਭਾਈ। ਅੰਤਰ ਕੀ ਗਤ ਤੂੰ ਹੀ ਜਾਣੀ, ਕਹਿੰਦੇ ਤੈਨੂੰ ਪਤਾ ਹੈ ਮਾਲਕਾ, ਤੂੰ ਹੀ ਇਹਨੂੰ ਦੂਰ ਕਰ ਸਕਦਾ ਹੈ, ਤੂੰ ਹੀ ਇਹਨੂੰ ਨਿਬੇੜ ਸਕਦਾ ਹੈ। ਤੁਝ ਹੀ ਪਾਹੇ ਨਿਬੇਰੋ। ਬਖਸ਼ ਲਿਓ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਆ ਦੇਖੋ ਪੁਕਾਰ ਉੱਠ ਰਹੀ ਹੈ, ਬਖਸ਼ ਲਿਓ। ਕਹਿੰਦੇ ਮਾਲਕਾ ਮੈਨੂੰ ਬਖਸ਼, ਮੈਂ ਤੰਗ ਆ ਗਿਆ ਇਸ ਚੋਂ, ਹਉਮੈ ਚੋਂ, ਇਸ ਨੈਗੇਟਿਵਿਟੀ ਤੋਂ ਮੈਂ ਤੰਗ ਆ ਗਿਆ। ਬਖਸ਼ ਲਿਓ ਸਾਹਿਬ ਪ੍ਰਭ ਆਪਣੇ, ਹੇ ਮੇਰੇ ਮਾਲਕਾ ਤੂੰ ਮਾਲਕ ਹੈਗਾ, ਤੂੰ ਸਾਹਿਬ ਹੈ, ਤੂੰ ਮੇਰਾ ਹੈਗਾ। ਦੇਖੋ ਸ਼ਿਫਟ ਹੋ ਗਿਆ ਇਨਸਾਨ, ਮਾਲਕ ਦੇ ਅੱਗੇ ਪੁਕਾਰ ਕਰਨੀ ਸ਼ੁਰੂ ਕਰਤੀ ਉਹਨੇ। ਲੱਖ ਖਤੇ ਕਰ ਫੇਰੋ। ਮਾਲਕਾ ਮੈਂ ਤਾਂ ਲੱਖਾਂ ਹੀ ਪਾਪ ਕੀਤੇ ਹੈ, ਲੱਖਾਂ ਹੀ ਅਵਗੁਣਿਆ ਮੇਰੇ ਅੰਦਰ, ਮੈਨੂੰ ਜਿਹੜਾ ਹੈਗਾ ਮੈਂ ਤੰਗ ਆ ਗਿਆ ਫਿਰ ਕੇ ਜੂਨਾਂ ਦੇ ਵਿੱਚ, ਮੈਨੂੰ ਬਖਸ਼, ਮੈਨੂੰ ਹੁਣ ਜਿਹੜਾ ਹੈਗਾ ਬਖਸ਼, ਮੇਰੀ ਮਦਦ ਕਰ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ। ਕਹਿੰਦੇ ਮਾਲਕਾ ਤੂੰ ਸਭ ਤੋਂ ਨੇੜੇ ਆ, ਤੂੰ ਮੇਰਾ ਮਾਲਕ ਹੈਗਾ ਹੈ, ਤੂੰ ਮੇਰੋ ਠਾਕੁਰ ਨੇਰੋ। ਹਰ ਚਰਨ ਸ਼ਰਨ ਮੋਹਿ ਚੇਰੋ। ਬਸ ਮੈਨੂੰ ਚਰਨ ਦੇ ਆਪਣੇ, ਮੈਂ ਤੇਰਾ ਚੇਰਾ ਹੈਗਾ, ਮੈਂ ਤੇਰਾ ਨੌਕਰ ਹੈਗਾ, ਮੈਂ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਗਿਆ ਹਾਂ। ਮੈਨੂੰ ਜਿਹੜਾ ਹੈਗਾ ਰਸਤਾ ਦਿਖਾ, ਮੈਨੂੰ ਰਸਤਾ ਦੇ। ਰਹਾਓ ਬੇਸ਼ੁਮਾਰ ਬੇਅੰਤ ਸੁਆਮੀ, ਉੱਚੋ ਗੁਣੀ ਗਹਿਰੋ। ਕਹਿੰਦੇ ਤੇਰਾ ਤਾਂ ਗੁਣਾ ਦਾ ਅੰਤ ਹੀ ਨਹੀਂ ਹੈ, ਸ਼ੁਮਾਰ ਹੀ ਨਹੀਂ ਹੈ। ਕਾਊਂਟ, ਸ਼ੁਮਾਰ ਮਤਲਬ ਕਾਊਂਟ, ਜੋੜ, ਬੇਸ਼ੁਮਾਰ। ਕਹਿੰਦੇ ਤੇਰੇ ਤੇ ਗੁਣਾ ਦਾ ਅੰਤ ਹੀ ਨਹੀਂ ਹੈ ਮਾਲਕਾ, ਤੂੰ ਤਾਂ ਬੇਅੰਤਾ ਹੈਗਾ, ਤੇਰਾ ਅੰਤ ਹੀ ਨਹੀਂ ਹੈ ਕਿਤੇ। ਤੂੰ ਮਾਲਕ ਹੈਗਾ, ਉੱਚਾ ਹੈਗਾ, ਗੁਣੀ ਗਹਿਰੋ, ਇੰਨੇ ਗੁਣੇ ਆ ਤੇਰੇ ਅੰਦਰ, ਗਹਿਰਾ ਹੈਗਾ। ਕਾਠ ਸਿਲਕ ਕੀਨੋ ਆਪਣੋ ਦਾਸਰੋ, ਤਾਓ ਨਾਨਕ ਕਹਾਂ ਨਿਹੇਰੋ ਨਿਹੋਰੋ। ਆਹ ਸਿਲਕ ਜਿਹੜੇ ਹੈਗੀ ਇਹ ਜਿਹੜੀਆਂ ਮੋਹ ਦੀਆਂ, ਜਿਹੜੀਆਂ ਹਉਮੈ ਦੀਆਂ, ਆਹ ਜਿਹੜੀ ਹਉਮੈ ਦੀ
ਜਿਹੜੀ ਆਪਣੇ ਅੰਦਰ ਜਿਹੜੀ ਹੈ ਫਾਹੀ ਪਈ ਹੋਈ ਆ, ਇਹਨੂੰ ਮਾਲਕ ਨੇ ਕੱਟਣਾ ਹੈ, ਮਾਲਕ ਨੇ ਪਾਈ ਹੈ ਇਹ ਫਾਹੀ। ਕਾਠ ਸਿਲਕ ਕਿਨੂੰ ਆਪਣੋ ਦਾਸਰੋ, ਜਦ ਪੁਕਾਰ ਕੀਤੀ ਤੇ ਮਾਲਕ ਨੇ ਇਹ ਹਉਮੈ ਦੀ ਸਿਲਕ ਕੱਟ ਦਿੱਤੀ ਔਰ ਆਪਣਾ ਦਾਸ ਬਣਾ ਲਿਆ। ਫਿਰ ਉਹਨੂੰ ਜਿਹੜਾ ਹੈਗਾ ਕਿਸੇ ਹੋਰ ਦੇ ਕੋਲ ਜਾਣ ਦੀ ਲੋੜ ਹੈ, ਕਿਸੇ ਹੋਰ ਨੂੰ ਭਾਲਣ ਦੀ ਲੋੜ ਹੈ। ਕਾਠ ਸਿਲਕ ਕਿਨੂੰ ਆਪਣੋ ਦਾਸਰੋ, ਤਉ ਨਾਨਕ ਕਹਾਂ ਨਿਹੋਰੋ। ਇਹ ਮੇਰਾ ਵੈਦ ਗੁਰੂ ਗੋਬਿੰਦਾ, ਇਹ ਮਾਲਕ ਨੇ ਫਿਰ ਜਿਹੜਾ ਹੈਗਾ ਆ ਦੇਖੋ ਅਗਲੀ ਆ ਗਈ ਸੋਠ ਮਹਲਾ ਪੰਜਵਾਂ, ਭਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ। ਮਾਲਕ ਦੇ ਅੱਗੇ ਪੁਕਾਰ ਕੀਤੀ, ਮਾਲਕ ਨੇ ਜਿਹੜਾ ਹੈਗਾ ਆ ਗੁਰੂ ਵਿਚਾਲੇ ਲੈ ਆਂਦੇ। ਪਰਮਾਤਮਾ ਦਾ ਰੂਪ ਗੁਰੂ ਗੋਬਿੰਦ ਬ੍ਰਹਮ ਗਿਆਨੀ, ਬ੍ਰਹਮ ਗਿਆਨ ਉਸੇ ਵੇਲੇ ਮਾਲਕ ਹਾਜ਼ਰ ਕਰ ਦੇਗਾ। ਸੋਠ ਮਹਲਾ ਪੰਜਵਾਂ, ਭਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ। ਸਾਰੇ ਮਨੋਰਥ ਆ ਗਏ ਪਾਏ। ਅਸਥਿਰ ਭਏ ਲਾਗ ਹਰ ਚਰਣੇ, ਕਿਵੇਂ ਹਉਮੈ 'ਚ ਡੋਲ ਰਹੇ ਸੀਗੇ, ਕਿਵੇਂ ਪੋਜ਼ਿਟਿਵ ਨੈਗੇਟਿਵਿਟੀ, ਕਿਵੇਂ ਵਿਚਾਰ ਚੱਲਦੇ ਸੀਗੇ, ਵਿਚਾਰਾਂ ਦਾ ਗੜ ਬਣਿਆ ਪਿਆ ਸੀ ਆਪਣੇ ਅੰਦਰ, ਢਹਿ ਗਿਆ ਡੇਰਾ। ਅਸਥਿਰ ਭਏ ਲਾਗ ਹਰ ਚਰਣੀ, ਪਰਮੇਸ਼ਰ ਦੇ ਚਰਨ, ਸ਼ਬਦ ਰੂਪੀ ਚਰਨ, ਉਹਨਾਂ ਦੇ ਨਾਲ ਲੱਗ ਕੇ ਗੋਬਿੰਦ ਕੇ ਗੁਣ ਗਾਏ, ਗੋਬਿੰਦ ਦੇ ਗੁਣ ਗਾਏ, ਧਿਆਨ ਸਿਮਰਨ, ਸਮਰਨ ਕੀਤਾ, ਮਾਲਕ ਪਰਮਾਤਮਾ ਨੂੰ ਯਾਦ ਕੀਤਾ। ਭਲੋ ਸਮੂਰਤ ਪੂਰਾ, ਕਹਿੰਦੇ ਆਹ ਸਮਾਂ ਜਿਹੜਾ ਹੈਗਾ, ਇਹ ਮਹੂਰਤ ਸਮਾਂ ਜਿਹੜਾ ਹੈਗਾ, ਇਹ ਮਨੁੱਖੀ ਜੀਵਨ ਕਹਿੰਦੇ ਬਹੁਤ ਭਲੀ ਹੈ ਭਾਈ, ਬਹੁਤ ਭਲੀ ਹੈ ਭਾਈ। ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ, ਕਹਿੰਦੇ ਸ਼ਾਂਤੀ ਆ ਗਈ, ਸਹਿਜ ਅਵਸਥਾ ਆ ਗਈ, ਵਿਚਾਰ ਜਿਹੜੇ ਹੈਗੇ ਬੰਦ ਹੋ ਗਏ, ਆਨੰਦ ਆ ਗਿਆ। ਇਹ ਨਾਮ ਜਪਣ ਦੇ ਨਾਲ, ਪਰਮੇਸ਼ਰ ਨੂੰ ਜਪਣ ਦੇ ਨਾਲ, ਪਰਮੇਸ਼ਰ ਨੂੰ ਆਪਣੇ ਅੰਦਰ, ਆਪਣੇ ਆਪ ਨੂੰ ਆਪਣੇ ਆਪ ਦੇ ਨਾਲ ਬੈਠਣ ਦੇ ਨਾਲ, ਸੁਰਤ ਨੂੰ ਅੰਤਰਗਤ ਕਰਨ ਦੇ ਨਾਲ, ਸ਼ਾਂਤ ਸਹਿਜ ਆਨੰਦ ਨਾਮ ਜਪ, ਸੁਰਤ ਅੰਤਰਮੁਖ, ਮਨ ਦੇ ਵਿੱਚ ਸੁਰਤ ਚਲੇ ਜਾਣੀ, ਮਨ ਜਿਹੜਾ ਖਤਮ ਹੋ ਜਾਣਾ। ਮਨ ਦਾ ਐਗਜ਼ਿਸਟੈਂਸ ਹੀ ਸੁਰਤ ਦੇ ਨਾਲ ਆ, ਮਨ ਦਾ ਐਗਜ਼ਿਸਟੈਂਸ ਹੀ ਸੁਰਤ ਦੇ ਨਾਲ ਆ। ਜਿੱਧਰ ਸੁਰਤ ਜਾਏਗੀ ਮਨ ਉਹਦੇ ਨਾਲ ਨਾਲ ਆ। ਬਸ ਸੁਰਤ ਅੰਦਰ ਚਲੇਗੀ ਆਤਮਾ ਵੱਲ ਨੂੰ, ਮਨ ਆਤਮਾ ਦੇ ਵਿੱਚ, ਆਤਮਾ ਉਹੀ ਤਾਂ ਚਾਹੁੰਦਾ ਸੀਗਾ, ਆਤਮਾ ਦੇ ਵਿੱਚ ਮਨ ਜਿਹੜਾ ਲੀਨ ਹੋਇਆ ਤੇ ਉੱਥੇ ਉਹਦਾ ਜਿਹੜਾ ਹੈਗਾ, ਉਹਨੂੰ ਸਾਰਾ ਜਿਹੜਾ ਹੈਗਾ ਉਹਦੀ ਪਿਆਸ ਜਨਮਾਂ ਜਨਮਾਂ ਦੀ ਖਤਮ ਹੋ ਗਈ। ਬਸ ਆਤਮ ਪਰਮਾਤਮਾ ਹੋ ਗਿਆ, ਯਾਤਰਾ ਹੋ ਜਾਂਦੀ ਹੈ ਪੂਰੀ। ਐਸੇ ਦੇ ਆਹੀ ਤਾਂ ਖੇਡ ਹੈਗੀ ਆ। ਔਰ ਇਹ ਜਿਹੜੀ ਹੈਗੀ ਆ ਆਪਣੀ ਹਉਮੈ ਕਰਕੇ ਜਿਹੜੇ ਹੈਗੇ ਆਪਾਂ ਭਟਕ ਰਹੇ ਹਾਂ, ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ ਸਮਝਦੇ ਹਾਂ ਕੁਛ। ਔਰ ਦੇਣ ਵਾਲਾ ਮਾਲਕ ਆ, ਸਾਰਾ ਕੁਛ ਦੇਖ ਲਓ, ਆਤਮਾ ਮਾਲਕ ਦੀ ਆ, ਸਰੀਰ ਸੂਖਸ਼ਮ ਸਰੀਰ ਮਾਲਕ ਦਾ ਹੈ, ਸਥੂਲ ਸਰੀਰ ਮਾਲਕ ਦਾ ਹੈ, ਹਵਾ ਪਾਣੀ ਜੋ ਕੁਛ ਵੀ ਲੈ ਰਹੇ ਸਭ ਮਾਲਕ ਦਾ ਹੈ, ਸੁਰਤ ਮਤ ਮਨ ਬੁੱਧ ਸਾਰਾ ਮਾਲਕ ਪਰਮਾਤਮਾ ਦਾ ਹੈਗਾ, ਸਾਰਾ ਕੁਛ ਮਾਲਕ ਦਾ ਹੈਗਾ। ਜੋ ਰਿਸ਼ਤੇਦਾਰ ਪਰਿਵਾਰ ਬੱਚੇ ਸਭ ਕੁਛ ਮਾਲਕ ਦੇ ਹੈਗੇ, ਔਰ ਆਪਾਂ ਆਪਣਾ ਸਮਝ ਬੈਠੇ ਹਾਂ, ਇਹ ਹਉਮੈ ਹੈਗੀ। ਮਾਲਕ ਕਹਿੰਦਾ ਇਹਨਾਂ ਨੂੰ ਛੱਡਣਾ ਨਹੀਂ, ਇਹਨਾਂ ਦੇ ਨਾਲ ਹੀ ਰਹਿ ਪਿਆਰਿਆ, ਜਿੰਨਾ ਤੂੰ ਇਹਨਾਂ ਨਾਲ ਪਿਆਰ ਕਰਦਾ ਕਰੀ ਜਾ, ਪਰ ਤੂੰ ਜਿਹੜਾ ਹੈਗਾ ਟੌਪ ਪ੍ਰਾਇਰਟੀ ਤੂੰ ਮੇਰੇ ਨਾਲ ਹੋ ਜਾ। ਇਹ ਜਿਹੜੇ ਹੈਗੇ ਤੈਨੂੰ ਜਿਹੜੇ ਹੈਗੇ ਰਸਤੇ ਦੇ ਜਿਹੜੇ ਹੈਗੇ ਸਹਾਇਕ ਹੈਗੇ, ਸੰਗੀ ਸਾਥੀ ਹੈ ਤੇਰੇ ਯਾਤਰਾ ਦੇ। ਯਾਤਰਾ ਜਾਰੀ ਰੱਖ ਮੇਰੇ ਵੱਲ, ਯਾਤਰਾ ਜਾਰੀ ਰੱਖ, ਕੋਈ ਦਿਨ ਖਾਲੀ ਨਹੀਂ ਜਾਣਾ ਚਾਹੀਦਾ ਤੇਰਾ ਯਾਤਰਾ ਤੋਂ। ਭਲੋ ਸਮੂਰਤ ਪੂਰਾ, ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ। ਦੇਖੋ ਅਨਹਦ ਸ਼ਬਦ ਆਪਣੇ ਆਪ ਵਜਣ ਲੱਗ ਪੈਣ ਭਾਈ। ਆਪਾਂ ਇੱਕ ਵਾਰੀ ਪੁਕਾਰ ਤਾਂ ਕਰੀਏ, ਆਪਾਂ ਇੱਕ ਵਾਰੀ ਮਾਲਕ ਦੇ ਅੱਗੇ ਫਰਿਆਦ ਤਾਂ ਕਰੀਏ, ਆਪਾਂ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਆਪਣੇ ਅੰਦਰ ਤਾਂ ਜਿਹੜਾ ਹੈਗਾ ਇਹ ਧਿਆਨ ਤਾਂ ਲਈਏ, ਆਪਾਂ ਅੰਦਰ ਆਪਣੀ ਆਤਮਾ ਵੱਲ ਨੂੰ ਤੁਰੀਏ ਤਾਂ ਸਹੀ, ਆਤਮਾ ਵੱਲ ਨੂੰ ਮੋੜੀਏ ਤਾਂ ਸਹੀ। ਇਸ ਸੁਰਤ ਨੂੰ ਆਤਮਾ ਵੱਲ, ਵਿਚਾਰਾਂ ਦੇ ਉੱਤੇ ਜਿਹੜਾ ਹੈਗਾ ਵਿਚਾਰਾਂ ਨੂੰ ਦੇਖਣਾ ਤਾਂ ਸ਼ੁਰੂ ਕਰੀਏ, ਵਿਚਾਰਾਂ ਤੋਂ ਜਿਹੜਾ ਹੈਗਾ ਦੂਰੀ ਤਾਂ ਬਣਾਈਏ ਆਪਾਂ। ਭਲੋ ਸਮੂਰਤ ਪੂਰਾ, ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ ਰਹਾਓ। ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ। ਲੋ ਉਸੇ ਵੇਲੇ ਮਾਲਕ ਮਿਲ ਜਾਂਦਾ ਹੈ। ਇੰਨੀ ਕੁ ਯਾਤਰਾ ਹੈਗੀ ਆ।
ਆਤਮਾ ਮਿਲੀ, ਆਤਮਾ ਦੇ ਵਿੱਚ ਲੀਨ ਹੋ ਗਏ ਤੇ ਪਰਮਾਤਮਾ ਭਾਈ ਆਤਮਾ ਪਰਮਾਤਮਾ ਇੱਕੋ ਹੀ ਹੈਗੇ। ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ। ਕਹਿੰਦੇ ਇਹੀ ਘਰ ਮੰਦਰ ਹੋ ਗਿਆ ਭਾਈ। ਕਿਉਂ ਮੰਦਰ ਹੈ? ਕਿਉਂਕਿ ਇਹਦੇ ਵਿੱਚ ਆਤਮਾ ਹੈ, ਮਾਲਕ ਬੈਠਾ ਹੈ ਇਹਦੇ ਅੰਦਰ। ਉਹ ਤਾਂ ਹਮੇਸ਼ਾ ਬੈਠਾ, ਆਪਾਂ ਹੀ ਬਾਹਰ ਘੁੰਮ ਰਹੇ। ਮਿਲੇ ਸੁਆਮੀ ਪ੍ਰੀਤਮ ਆਪਣੇ, ਉਹ ਪਿਆਰਾ ਹੈ ਆਪਣਾ। ਘਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਨਾਮ ਖਜ਼ਾਨਾ ਮਿਲ ਗਿਆ ਭਾਈ, ਅੰਮ੍ਰਿਤ ਰਸ ਆ ਗਿਆ, ਸਾਰੀ ਇੱਛਾ ਪੂਰੀਆਂ ਹੋ ਗਈਆਂ। ਕਿਉਂਕਿ ਸਰੀਰ ਜਿਹੜਾ ਹੈਗਾ ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਗਿਆ। ਪ੍ਰਕਿਰਤੀ ਦੀ ਕੈਦ, ਵਿਚਾਰਾਂ ਦੀ ਕੈਦ, ਉਸ ਚੋਂ ਬਾਹਰ ਹੋ ਗਿਆ। ਹਉਮੈ ਦੀ ਕੈਦ। ਆਤਮਾ ਪ੍ਰਾਤਮਾ ਏਕੋ ਕਰਾ, ਹਾਂ, ਅੰਤਰ ਕੀ ਦੁਬਦਾ ਅੰਤਰ ਮਰਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਆਤਮਾ ਪ੍ਰਾਤਮਾ ਵੇ ਦੇਖ ਲਓ, ਹੈ ਹੀ ਆਤਮਾ ਪ੍ਰਾਤਮਾ ਇੱਕੋ ਹੀ ਹੈ। ਔਰ ਐਕਚੁਅਲੀ ਜਿਹੜਾ ਹੈਗਾ ਇਹਦੇ ਇੱਕ ਵੀ ਆਪਣੇ ਆਪ ਨੂੰ ਤੇ ਦੂਸਰੇ ਨੂੰ ਜਿਹੜਾ ਹੈਗਾ ਇੱਕ ਸਮਝ ਲੈ ਬਸ। ਜੇ ਆਪਾਂ ਦੂਸਰੇ ਨੂੰ ਦੂਸਰਾ ਸਮਝ ਲਿਆ, ਫਿਰ ਉੱਥੇ ਸ਼ੁਰੂ ਹੋ ਗਈ ਹਉਮੈ, ਡੁਅਲਿਟੀ ਆ ਗਈ। ਫਿਰ ਜਿਹੜਾ ਹੈਗਾ ਡਿਫਰੈਂਸ ਆਫ ਲੈਵਲ ਆ ਗਿਆ ਬਸ। ਜਦ ਆਪਣੇ ਆਪ ਨੂੰ ਜੋ ਆਪਾਂ ਹੈਗੇ ਉਹੀ ਸਾਹਮਣੇ ਵਾਲੇ ਨੂੰ ਇੱਕ ਆਪਣੇ ਬਰਾਬਰ ਸੇਮ ਸਮਝਦਾ ਹੈ, ਫਿਰ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਡਿਫਰੈਂਸ ਆਫ ਲੈਵਲ ਨਹੀਂ ਹੈ। ਅਤੇ ਜਿਹੜਾ ਹੈਗਾ ਵਿਚਾਰਾਂ ਦਾ ਜਿਹੜਾ ਹੈਗਾ ਉਹ ਲੈਣ ਦੇਣ ਨਹੀਂ ਹੁੰਦਾ ਭਾਈ। ਵਿਚਾਰ ਨਹੀਂ ਚੱਲਦੇ। ਜਿੱਥੇ ਡਿਫਰੈਂਸ ਪਾਇਆ ਉੱਥੇ ਵਿਚਾਰ ਚੱਲਣੇ ਸ਼ੁਰੂ ਹੋ ਜਾਣੇ। ਸੋਠ ਮਹਲਾ ਪੰਜਵਾਂ। ਗੁਰ ਕੇ ਚਰਨ ਬਸੇ ਰਿੱਧ ਭੀਤਰ, ਸ਼ੁਭ ਲਖਣ ਪ੍ਰਭ ਕੀਨੇ। ਕਿਨੇ ਕੀਤੇ? ਪ੍ਰਭੂ ਨੇ ਕੀਤੇ। ਚਰਨ ਸ਼ੁਭ ਲੱਖਣ ਕਿਹਨੇ ਪੈਦਾ ਕੀਤੇ? ਪਰਮਾਤਮਾ ਨੇ ਪੈਦਾ ਕੀਤੇ। ਕੀ ਕੀਤਾ? ਗੁਰੂ ਦੇ ਚਰਨ ਵਸ ਗਏ। ਗੁਰੂ ਦੇ ਚਰਨ ਕਿਹੜੇ ਹੈਗੇ? ਗੁਰੂ ਦੇ ਚਰਨ ਹੈ ਗੁਰੂ ਦਾ ਗਿਆਨ, ਗੁਰੂ ਦੀ ਮੱਤ। ਆ ਜੋ ਆਪਾਂ ਲੈ ਰਹੇ ਹਾਂ ਇਹ ਗੁਰੂ ਦੇ ਚਰਨ ਹੈ। ਜੇ ਆਪਣੇ ਹਿਰਦੇ 'ਚ ਵਸ ਜਾਣਗੇ, ਇਹਦੇ ਅਨੁਸਾਰ ਆਪਾਂ ਆਪਣੇ ਆਪ ਨੂੰ ਚੇਂਜ ਕਰ ਲਵਾਂਗੇ ਤੇ ਪਰਮਾਤਮਾ ਦੇ ਚਰਨ ਵਸ ਜਾਣਗੇ। ਪਰਮਾਤਮਾ ਦੇ ਚਰਨ ਉਹਦੀ ਯਾਦ ਹੈ, ਮਾਲਕ ਪਰਮਾਤਮਾ ਦੀ। ਗੁਰੂ ਦੇ ਚਰਨ ਗੁਰੂ ਦਾ ਗਿਆਨ ਹੈਗਾ। ਬਿਲਕੁਲ ਜਿਹੜਾ ਇਹਦੇ 'ਚ ਕੋਈ ਬਿਲਕੁਲ ਜਿਹੜਾ ਹੈ ਨਾ ਸਿੰਪਲ ਜੀ ਹੈਗੀ ਹੈ। ਇਹਨੂੰ ਬਿਲਕੁਲ ਕੰਪਲੀਕੇਟ ਨਾ ਕਰੀਏ ਆਪਾਂ। ਪਤਾ ਨਹੀਂ ਕਿੱਥੇ ਕਿੱਥੇ ਕੰਪਲੀਕੇਸ਼ਨ ਕਰ ਦਿੰਦੇ ਆ ਭਾਈ। ਸੋਠ ਮਹਲਾ ਪੰਜਵਾਂ। ਗੁਰ ਕੇ ਚਰਨ ਬਸੇ ਰਿੱਧ ਭੀਤਰ, ਸ਼ੁਭ ਲਖਣ ਪ੍ਰਭ ਕੀਨੇ। ਪ੍ਰਭੂ ਨੇ ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ। ਉਹ ਪੂਰਨ ਪਰਮੇਸ਼ਰ ਕਿਰਪਾਲ ਹੋ ਗਿਆ। ਨਾਮ ਨਿਧਾਨ ਮਨ ਦੇ ਵਿੱਚ ਚੀਨ ਲਿਆ। ਦੇਖੋ ਮਨੇ ਚੀਨੇ, ਮਨ ਦੇ ਵਿੱਚ। ਮਨ 'ਚ ਤਾਂ ਵੜਨਾ ਪਊਗਾ ਆਪਾਂ ਨੂੰ ਭਾਈ। ਇਹ ਸੁਰਤ ਜਿਹੜੀ ਹੈਗੀ ਇਹ ਮਨ ਦੇ ਵਿੱਚੋਂ ਦੀ ਹੀ ਰਸਤਾ ਜਾਣਾ ਹੈ। ਮਨ ਵਿਚਾਲੇ ਹੈਗਾ, ਆਤਮਾ ਦੇ ਵਿੱਚ ਮਨ ਹੈਗਾ। ਮਨ ਜਿਹੜਾ ਕੀ ਹੈ? ਮਨ ਜਿਹੜਾ ਹੈਗਾ ਇਹ ਵਿਚਾਰਾਂ ਦਾ ਸਮੂਹ ਹੈਗਾ, ਵਿਚਾਰਾਂ ਦਾ ਗੜ ਹੈਗਾ। ਚਾਰ ਛਪੇਰੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੱਥਰ ਸਾਰੇ ਇਸੇ ਨੇ ਜੜੇ ਹੋਏ ਆ। ਜਦ ਵਿਚਾਰ ਨਹੀਂ, ਆਪਾਂ ਵਿਚਾਰ ਨਹੀਂ ਹਟਾਵਾਂਗੇ, ਵਿਚਾਰਾਂ ਨੂੰ ਨਹੀਂ ਰੋਕਾਂਗੇ ਤੇ ਗੱਲ ਬਣਨੀ ਨਹੀਂ ਹੈ। ਕਿਉਂਕਿ ਜਿਹੜਾ ਆਪਾਂ ਵਾਹਿਗੁਰੂ ਵਾਹਿਗੁਰੂ ਅੱਲਾਹੁ ਅੱਲਾਹੁ ਹਰੀਓਮ ਹਰੀਓਮ ਕਰਨ ਲੱਗ ਪੈਂਦੇ ਆ, ਬਸ ਲੱਗੇ ਆ ਘੰਟਾ 2 ਘੰਟੇ ਲਾ ਗਏ, ਪਰ ਜਿਹੜਾ ਮਨ ਨੂੰ ਦੇਖਦੇ ਨਹੀਂ ਆਪਾਂ ਆਟੋ ਪਾਇਲਟ 'ਤੇ ਚਲੇ ਜਾਂਦੇ ਹਾਂ। ਮਨ ਪਤੰਦਰ ਬਸ ਉਹ ਤਾਂ ਮਸਤ ਹੈ। ਉਹ ਤਾਂ ਕਹਿੰਦਾ ਆਈ ਐਮ ਵੈਰੀ ਹੈਪੀ। ਕਹਿੰਦੇ ਭਾਵੇਂ ਜਿੰਨਾ ਹੋਰ 4 ਘੰਟੇ ਲਾ ਦੇ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਬਸ ਇੱਥੇ ਜਿਹੜਾ ਹੈਗਾ ਦੇਖੋ ਇੱਥੇ ਪ੍ਰੋਬਲਮ ਹੈਗੀ ਆ। ਆਪਾਂ ਨੇ ਭਗਤੀ ਹੈ ਹੀ ਭਾਈ ਜਿਹੜਾ ਹੈਗਾ ਸੁਨ ਗੁਫਾ ਮੈਂ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਇਹ ਤੇ ਕੋਈ ਕਲਪਨਾ ਨਹੀਂ ਲੈਣੀ। ਵਿਵਰਜਿਤ ਆ ਭਾਈ, ਵਿਚਾਰ ਵਿਵਰਜਿਤ ਹੈਗੇ। ਇੱਥੇ ਆਸਣ ਤੇ ਬੈਸਣ ਕਰਨਾ ਪਊਗਾ। ਇਸ ਆਸਣ ਦੇ ਉੱਤੇ ਸੁੰਨ ਦੇ ਵਿੱਚ ਬੈਠਣਾ ਪਊਗਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰ ਕੇ ਚਰਨ ਬਸੇ ਰਿੱਧ ਭੀਤਰ, ਸ਼ੁਭ ਲਖਣ ਪ੍ਰਭ ਕੀਨੇ। ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ। ਮੇਰਾ ਗੁਰ ਰਖਵਾਰੋ ਮੀਤ, ਆਇਆ ਮਿੱਤਰ ਭਾਈ। ਆ ਮੇਰਾ ਭਰਾ ਆਇਆ, ਗੁਰ ਹਾਈ ਗੁਰ ਭਾਈ। ਮੇਰੋ ਗੁਰ ਰਖਵਾਰੋ ਮੀਤ। ਕਹਿੰਦਾ ਰਖਵਾਲਾ ਹੋ ਗਿਆ ਮੇਰਾ ਗੁਰੂ। ਇਹ ਗੁਰੂ ਦੀ ਮੱਤ ਜਿਹੜੀ ਹੈਗੀ ਮੇਰੀ ਰਖਵਾਲੀ ਹੋ ਗਈ। ਇਹਦੇ ਅਨੁਸਾਰ ਮੈਂ ਜਿਹੜਾ ਹੈਗਾ ਮੈਂ ਚੱਲਦਾ ਹਾਂ। ਹੁਣ ਦੂਣ ਚੌਣੀ ਦੇ ਵਡਿਆਈ, ਸੋਭਾ ਨੀਤਾ ਨੀਤ। ਦੂਣੀ ਚੌਗਣੀ ਤਰੱਕੀ ਆ ਰਹੀ ਹੈ ਮੇਰੇ ਅੰਦਰ।
ਉਚਾਈ ਆ ਰਹੀ ਹੈ ਮੇਰੇ ਅੰਦਰ, ਔਰ ਮੇਰੀ ਦੁਨੀਆ ਦੇ ਵਿੱਚ ਸੋਭਾ ਨੀਤਾ ਨੀਤ ਹੋ ਰਹੀ ਹੈ। ਰਹਾਓ ਜੀ ਜੰਤ ਪ੍ਰਭੇ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ। ਜਿੰਨੇ ਵੀ ਜੀ ਜੰਤ ਆ ਉਹਨਾਂ ਦੇ ਵਿੱਚੋਂ ਮਨੁੱਖ ਜੂਨ ਦੇ ਵਿੱਚ ਜਿਹੜੇ ਵੀ ਆ ਜਾਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਉਦਾਰ ਦਿੰਦਾ ਹੈ। ਕਿਉਂਕਿ ਜੀ ਜੰਤ ਕਿਉਂ? ਕਿਉਂਕਿ ਆਪਣੇ ਅੰਦਰ ਆਪਾਂ ਜਿਹੜੇ ਮਨੁੱਖ ਜੂਨ 'ਚ ਆ ਗਏ ਆ, ਪਰ ਆਪਣੇ ਅੰਦਰ ਜਿਹੜੀ ਹੈਗੀ ਆਪਣੇ ਅੰਦਰ ਮਨ ਜਿਹੜਾ ਹੈਗਾ ਉਹ ਉਹੀ ਜਾਨਵਰਾਂ ਦੀਆਂ ਬਿਰਤੀਆਂ ਉਹਦੇ ਅੰਦਰ ਪਈਆਂ ਹੋਈਆਂ। ਜੀ ਜੰਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ। ਜਿਹਨੇ ਵੀ ਦਰਸ਼ਨ ਜਿਹੜੇ ਗੁਰੂ ਦੇ ਕੀਤੇ, ਜਿਹਨੇ ਵੀ ਗੁਰੂ ਦੇ ਦਰਸ਼ਨ ਕਰ ਲਏ, ਜਿਹਨੇ ਵੀ ਗੁਰੂ ਦੀ ਮੱਤ ਲੈ ਲਈ, ਉਹਨਾਂ ਨੂੰ ਗੁਰਪੂਰੇ ਕੀ ਅਚਰਜ ਵਡਿਆਈ। ਦੇਖੋ ਕਿ ਨਹੀਂ ਤਾਂ ਕੁਐਸਚਨ ਆ ਜਾਂਦਾ ਬਈ ਜੀ ਜੰਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਆ ਰਹੇ। ਇੱਥੇ ਕੁਐਸਚਨ ਆ ਗਿਆ ਬਈ ਕਿਹਦੇ ਦਰਸ਼ਨ ਦੀ ਗੱਲ ਕਰ ਰਹੇ ਤੁਸੀਂ? ਕਿਵੇਂ ਕਹਿਤਾ ਗੁਰੂ ਦੇ ਦਰਸ਼ਨ ਹੈਗੇ? ਇਮੀਡੀਏਟਲੀ ਅਗਲੀ ਲਾਈਨ ਆ ਗਈ। ਇੱਥੋਂ ਕਲੈਰੀਫਾਈ ਕਰ, ਮਹਾਰਾਜ ਜਿਹੜੇ ਕਿਤੇ ਪਾਸੇ ਡਾਊਟ ਨਹੀਂ ਰਹਿਣ ਦਿੰਦੇ। ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ। ਕਹਿੰਦੇ ਪੂਰੇ ਗੁਰੂ ਦੀ ਆਸ਼ਚਰਜਨਕ ਵਡਿਆਈ ਹੈ ਭਾਈ। ਆਪਾਂ ਕਰਕੇ ਤਾਂ ਦੇਖੀਏ ਨਾ, ਆਪਾਂ ਕਰਕੇ ਤਾਂ ਦੇਖੀਏ ਨਾ। ਆਪਾਂ ਤਾਂ ਕਰਦੇ ਹੀ ਨਹੀਂ ਹੈ, ਬਸ ਖਾਲੀ ਗੱਲਾਂ ਬਾਤਾਂ ਦੇ ਨਾਲ ਜਿਹੜਾ ਹੈਗਾ ਬਸ ਮਨ ਜਿਹੜਾ ਹੈਗਾ ਉਹਨੇ ਪਤੰਦਰ ਨੇ ਐਸੀ ਲਾਜਿਕ ਦੇ ਦੇਣੀ ਹੈ, ਉਹਨੇ ਫਿਰ ਡਾਇਲੂਟ ਕਰ ਦੇਣਾ। ਫਿਰ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ ਬੈਠਣਾ ਹੀ ਨਹੀਂ ਆਪਾਂ ਨੇ। ਉਹਨੇ ਫਿਰ ਜਿਹੜਾ ਹੈਗਾ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰ ਆਪਾਂ ਨਹੀਂ ਲਵਾਂਗੇ ਤੇ ਉਹਨੇ ਫਿਰ ਜਿਹੜਾ ਹੈਗਾ ਆਪਾਂ ਨੂੰ ਇਹ ਗਿਆਨ ਦੇ ਵਿਚਾਰ ਦੇਣੇ ਸ਼ੁਰੂ ਕਰ ਦੇਣੇ। ਉਹਨੇ ਬਾਣੀ ਦੀ ਤੁਕਾਂ ਕੱਢ ਕੇ ਮਾਰਨੀਆਂ ਹੈ ਉਸ ਟਾਈਮ ਧਿਆਨ ਸਿਮਰਨ ਦੇ ਟਾਈਮ 'ਚ। ਫਿਰ ਉਹਨੇ ਜਿਹੜਾ ਹੈਗਾ ਫਿਰ ਵਿਚਾਰਾਂ 'ਚ ਲੈ ਜਾਣਾ ਹੈ ਆਪਾਂ ਨੂੰ, ਫਿਰ ਚੰਗੇ ਵਿਚਾਰਾਂ 'ਚ ਲੈ ਜਾਣਾ ਉਹਨਾਂ ਨੇ, ਬ੍ਰਹਮ ਵਿਚਾਰਾਂ 'ਚ ਲੈ ਜਾਣਾ, ਪਰ ਹੈ ਤਾਂ ਵਿਚਾਰ ਹੀ ਹੈ ਭਾਈ। ਉਸ ਜਗ੍ਹਾ 'ਤੇ ਮਹਾਰਾਜ ਕਹਿੰਦੇ ਉਸ ਜਗ੍ਹਾ 'ਤੇ ਪਾਏ ਗਿਆਨ ਨੂੰ ਵੀ ਪਾਸੇ ਕਰ ਦੇ। ਜਦ ਧਿਆਨ ਕਰ ਰਹੇ ਹਾਂ ਤੇ ਗਿਆਨ ਨੂੰ ਵੀ ਪਾਸੇ ਕਰ ਦੇ ਉਸ ਟਾਈਮ। ਜੀ ਜੰਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ। ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ। ਕਹਿੰਦੇ ਹਮੇਸ਼ਾ ਮੈਂ ਤਾਂ ਬਲਿਹਾਰ ਜਾਣਾ ਹੈ ਭਾਈ। ਇੰਨਾ ਸਿੰਪਲ ਜਿਹਾ ਮੈਨੂੰ ਰਸਤਾ ਦਿਖਾ ਦਿੱਤਾ, ਇੰਨਾ ਸਿੰਪਲ ਰਸਤਾ, ਇੰਨੀ ਸਿੰਪਲੀਫਾਈ ਕਰਤੀ ਭਗਤੀ। ਸੋਠਮਾਲਾ ਪੰਜਵਾਂ। ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮ ਅਪਾਰ। ਲਓ ਹੁਣ ਇਕੱਠਾ ਹੋਣਾ ਸ਼ੁਰੂ ਹੋ ਗਿਆ। ਹੁਣ ਨਿਤਨੇਮ ਬਣ ਗਿਆ। ਆ ਦੇਖੋ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ। ਸੰਚਨ ਕਰਨਾ ਹੈ। ਸੰਚਨ ਤਾਂ ਹੌਲੀ ਹੌਲੀ ਸੰਚ ਹੁੰਦਾ ਹੈ ਭਾਈ, ਇੱਕਦਮ ਥੋੜ੍ਹੀ ਨਾ ਸੰਚ ਹੋ ਜਾਂਦਾ ਹੈ। ਸੰਚਨ ਕਰੋ ਕੀ ਨਾਮ ਤਨ ਨਿਰਮਲ। ਆ ਨਿਰਮਲ ਹੈ ਭਾਈ, ਇਹਨੇ ਆਪਾਂ ਨਿਰਮਲ ਕਰ ਦੇਣਾ। ਥਾਤੀ ਅਗਮ ਅਪਾਰ। ਥਾਤੀ ਕਿਹਨੂੰ ਕਹਿੰਦੇ ਆ? ਬੈਠਕ ਸਥਾਨ। ਕਿੱਥੇ? ਅੰਦਰ ਆਪਣੇ। ਅਗਮ ਅਪਾਰ ਉਹ ਮਾਲਕ ਪਰਮਾਤਮਾ ਦੇ ਨਾਲ, ਆਪਣੀ ਆਤਮਾ ਦੇ ਨਾਲ। ਬਿਲਚ ਵਿਨੋਦ ਆਨੰਦ ਸੁਖ ਮਾਣੋ ਖਾਏ ਜੀਵੋ ਸਿੱਖ ਪਰਿਵਾਰ। ਬਿਲਚ ਵਿਨੋਦ ਕਹਿੰਦੇ ਬੜੀ ਖੁਸ਼ੀ ਖੇੜਾ। ਇੰਨਾ ਕਹਿੰਦੇ ਆ ਆਨੰਦ ਸੁਖ, ਸਾਰੇ ਸੁਖ ਮਾਣ ਲਓ ਭਾਈ। ਖਾਏ ਜੀਵੋ ਸਿੱਖ ਪਰਿਵਾਰ। ਕਹਿੰਦੇ ਸਾਰਾ ਆਇਆ ਸਿੱਖ ਪਰਿਵਾਰ ਭਾਈ, ਆਇਆ ਸਿੱਖ ਪਰਿਵਾਰ, ਆਇਆ ਗੁਰ ਭਾਈ। ਸੰਚਨ ਕਰੋ ਮੈਂ ਕਹਿੰਦੇ ਸ਼ੁਰੂ ਹੋ ਗਿਆ। ਨਾਮ ਤਨ ਨਿਰਮਲ ਥਾਤੀ ਅਗਮ ਅਪਾਰ। ਬਿਲਚ ਵਿਨੋਦ ਆਨੰਦ ਸੁਖ ਮਾਣੋ ਖਾਏ ਜੀਵੋ ਸਿੱਖ ਪਰਿਵਾਰ। ਕਹਿੰਦੇ ਹੇ ਸਿੱਖੋ ਸਾਰੇ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਜੀਵਨ ਲਓ, ਇਸ ਤਰੀਕੇ ਦੇ ਨਾਲ ਮਾਣੋ ਆਨੰਦ ਖੁਸ਼ੀ ਖੇੜਾ। ਹਰ ਕੇ ਚਰਨ ਕਮਲ ਆਧਾਰ। ਪਰਮੇਸ਼ਰ ਦੇ ਚਰਨ ਕਮਲ ਉਹੀ ਤੇਰਾ ਧਿਆਨ ਸਿਮਰਨ ਕਹਿੰਦੇ ਉਹੀ ਆਧਾਰ ਹੈਗੇ। ਸੰਤ ਪ੍ਰਸਾਦ ਪਾਇਓ ਸੱਚ ਬੋਹਿਤ। ਆਇਆ ਸੰਤ ਬ੍ਰਹਮ ਗਿਆਨੀ, ਉਹਨਾਂ ਦੀ ਕਿਰਪਾ ਦੇ ਨਾਲ ਆ ਸੱਚਾ ਬੋਹਿਤ ਮਿਲ ਗਿਆ। ਜਹਾਜ਼ ਨਾਮ ਦਾ ਜਹਾਜ਼। ਚੜ੍ਹ ਲੰਘੋ ਬਿਖ ਸੰਸਾਰ। ਚੜ੍ਹ ਲੰਘੋ ਬਿਖ ਸੰਸਾਰ ਕਹਿੰਦੇ ਸੰਸਾਰ ਸਮੁੰਦਰ, ਇਸ ਦੇ ਉੱਤੇ ਚੜ੍ਹ ਕੇ ਲੰਘਣਾ ਹੈ। ਮਨਦੀਪ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ? ਨਹੀਂ? ਅੱਛਾ ਹਾਂਜੀ ਬਾਬਾ ਜੀ, ਉਹ ਪੁੱਛਣਾ ਤਾਂ ਖਾਏ ਜੀਓ ਸਿੱਖ ਪਰਿਵਾਰ ਤੇ ਖਾਏ ਜੀਓ ਦਾ ਮਤਲਬ ਕੀ ਹੋਇਆ ਇੱਥੇ? ਖਾਣਾ ਹੀ ਤਾਂ ਹੈਗਾ ਭਾਈ। ਆਪਾਂ ਭੁੱਖੇ ਤੇ ਜਨਮਾਂ ਦੇ ਭੁੱਖੇ ਹੈਗੇ ਆ। ਅੰਮ੍ਰਿਤ ਮਿਲਦਾ ਹੈ ਆਪਾਂ ਨੂੰ, ਅੰਮ੍ਰਿਤ ਭੋਜਨ
ਅੰਮ੍ਰਿਤ ਭੋਜਨ। ਅੱਛਾ ਜੀ ਮਤਲਬ ਧਿਆਨ ਸਿਮਰਨ ਜਿਹੜਾ ਕਰਨਾ ਉਹੀ ਹੈ। ਹਾਂ, ਉਸੇ 'ਚ ਹੀ ਆਉਣਾ ਆ, ਇਸੇ ਦੇ ਨਾਲ ਆਪਣੀ ਤ੍ਰਿਪਤੀ ਹੋ ਜਾਣੀ ਆ। ਇੱਕ ਬੂੰਦ ਦੇ ਨਾਲ ਤ੍ਰਿਪਤ ਹੋ ਜਾਣਾ ਹੈ ਆਪਾਂ ਨੇ, ਜਨਮਾਂ ਜਨਮਾਂ ਦੀ ਭੁੱਖ ਚਲੇ ਜਾਣੀ ਆ ਆਪਣੀ। ਠੀਕ ਹੈ ਥੈਂਕ ਯੂ ਜੀ। ਹਾਂਜੀ ਵੀਰ ਜੀ, ਜਿਸ ਨਾਮ ਹਿਰਦੇ ਸੋ ਵੱਡ ਪਰਿਵਾਰ ਆ, ਹਾਂ, ਇਸੇ ਪਰਿਵਾਰ ਦੀ ਗੱਲ ਕਰਦੇ। ਬਿਲਕੁਲ ਇਸੇ ਪਰਿਵਾਰ ਦੀ ਗੱਲ ਕਰਦੇ, ਇਸੇ ਪਰਿਵਾਰ ਦੀ ਗੱਲ ਕਰਦੇ। ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸੱਚ ਬੋਹਿਤ, ਚੜ ਲੰਘੋ ਵਿਖ ਸੰਸਾਰ। ਚੜ ਲੰਘੋ ਵਿਖ ਸੰਸਾਰ ਕਹਿੰਦੇ ਐਸੇ ਤੇ ਚੜ ਕੇ ਪਾਏ। ਇਹ ਵਿਖ ਸੰਸਾਰ ਆ, ਇਹ ਵਿਖ ਹੈ, ਜ਼ਹਿਰ ਆ। ਦੇਖੋ ਹਉਮੈ ਤਾਂ ਇੰਨੀ ਜ਼ਬਰਦਸਤ ਜ਼ਹਿਰ ਹੈਗੀ ਆ ਕਿ ਆਪਾਂ ਪਤਾ ਨਹੀਂ, ਔਰ ਐਸੀ ਮਿੱਠੀ ਜ਼ਹਿਰ ਆ ਆਪਾਂ ਛੱਡ ਨਹੀਂ ਪਾਉਂਦੇ, ਫਿਰ ਉਲਝ ਜਾਂਦੇ ਆ ਉਹਦੇ ਵਿੱਚ ਹੀ। ਰਹਾਓ ਪਏ ਕਿਰਪਾਲ ਪੂਰਨ ਅਬਨਾਸੀ, ਆਪੈ ਕੀਨੀ ਸਾਰ। ਉਹ ਪੂਰਨ ਅਬਨਾਸੀ, ਉਹ ਮਾਲਕ ਪਰਮਾਤਮਾ ਕਿਰਪਾਲ ਹੋ ਗਿਆ, ਉਹਨੇ ਗੁਰੂ ਮਿਲਾ ਦਿੱਤਾ। ਗੁਰੂ ਤੋਂ ਗੁਰੂ ਦਾ ਗਿਆਨ ਮਿਲ ਗਿਆ, ਗੁਰੂ ਦੇ ਗਿਆਨ ਦੇ ਨਾਲ ਧਿਆਨ ਸ਼ੁਰੂ ਕਰਤਾ, ਪਰਮੇਸ਼ਰ ਦੇ ਚਰਨ ਮਿਲ ਗਏ। ਇਸ ਤਰ੍ਹਾਂ ਸਾਰ ਲੈ ਲਈ ਮਾਲਕ ਪਰਮਾਤਮਾ ਨੇ। ਪੇਖ ਪੇਖ ਨਾਨਕ ਬਿਗਸਾਨੋ, ਨਾਨਕ ਨਾਹੀ ਸ਼ੁਮਾਰ। ਕਹਿੰਦੇ ਮੈਂ ਤਾਂ ਹੁਣ ਪੇਖ ਪੇਖ ਕੇ ਵਿਗਸ ਰਿਹਾ ਹੈ, ਖੁਸ਼ ਹੋ ਰਿਹਾ ਹੈ। ਕਹਿੰਦੇ ਉਹਦਾ ਤਾਂ ਬੇਸ਼ੁਮਾਰ ਆ, ਉਹਦਾ ਤਾਂ ਅੰਤ ਹੀ ਨਹੀਂ ਹੈ, ਇਸ ਦਾ ਅੰਤ ਹੀ ਨਹੀਂ ਹੈ। ਕਹਿੰਦੇ ਸੋਠ ਮਹਲਾ ਪੰਜਵਾਂ। ਗੁਰਪੁਰ ਹੈ ਆਪਣੀ ਕਲ ਧਾਰੀ, ਸਭ ਘਟ ਉਪਜੀ ਦਇਆ। ਆ ਦੇਖ ਲਓ ਭਾਈ, ਪੂਰੇ ਗੁਰੂ ਨੇ ਕੀ ਕਰਤਾ, ਆਪਣੀ ਕਲਾ ਐਸੀ ਵਰਤਾਤੀ ਮੇਰੇ ਅੰਦਰ, ਅਭਿਆਸੀ ਦੇ ਅੰਦਰ। ਜਿਹਨੇ ਵੀ ਗੁਰੂ ਦੀ ਗੱਲ ਮੰਨ ਲਈ, ਜਿਹਨੇ ਵੀ ਆਪਣੀ ਹਉਮੈ 'ਤੇ ਵਰਕਆਊਟ ਕਰ ਲਿਆ, ਤੇ ਉਹਦੇ ਅੰਦਰ ਦਇਆ ਪੈਦਾ ਹੋ ਜਾਣੀ ਹੈ, ਦਇਆ ਪੈਦਾ ਹੋ ਜਾਣੀ ਹੈ। ਉਪਜ ਗਈ, ਆ ਪੈਦਾਵਾਰ ਹੋ ਗਈ। ਗੁਰਪੁਰ ਹੈ ਆਪਣੀ ਕਲ ਧਾਰੀ, ਸਭ ਘਟ ਉਪਜੀ ਦਇਆ। ਤੇ ਧਿਆਨ ਸਿਮਰਨ ਦੇ ਨਾਲ ਹਉਮੈ ਜਾਏਗੀ ਤੇ ਦਇਆ ਪੈਦਾ ਹੋ ਜਾਏਗੀ। ਗੁਰਪੁਰ ਹੈ ਆਪਣੀ ਕਲ ਧਾਰੀ, ਸਭ ਘਟ ਉਪਜੀ ਦਇਆ। ਸਭ ਘਟ ਦਾ ਮਤਲਬ ਸਾਰਿਆਂ ਦੇ ਘਟ 'ਚ ਦਇਆ ਨਹੀਂ ਪੈਦਾ ਹੋ ਗਈ, ਉਸ ਇਨਸਾਨ ਦੇ ਅੰਦਰ ਸਾਰਿਆਂ ਦੇ ਵਾਸਤੇ ਦਇਆ ਹੋ ਗਈ ਪੈਦਾ। ਜਾਨਵਰ ਕੀ, ਪਰਿੰਦੇ ਕੀ, ਸਾਰਿਆਂ ਦੇ ਵਾਸਤੇ। ਇਨਸਾਨ ਕੀ, ਉਹ ਕਿਸੇ ਨਾਲ ਵੀ ਜਿਹੜਾ ਵਿਤਕਰਾ ਨਹੀਂ ਕਰੇਗਾ। ਗੁਰਪੁਰ ਹੈ ਆਪਣੀ ਕਲ ਧਾਰੀ, ਸਭ ਘਟ ਉਪਜੀ ਦਇਆ। ਆਪੇ ਮੇਲ ਵਡਾਈ ਕੀਨੀ, ਕੁਸ਼ਲ ਖੇਮ ਸਭ ਭਇਆ। ਕਹਿੰਦੇ ਮਾਲਕ ਨੇ ਮਿਹਰ ਕੀਤੀ ਆ ਤੇ ਆ ਵਡਿਆਈ ਦੇ ਦਿੱਤੀ। ਗੁਰੂ ਨੂੰ ਆਪ ਮਿਲਾਇਆ ਮਾਲਕ ਪਰਮਾਤਮਾ ਨੇ, ਤਾਂ ਜਿਹੜਾ ਸਾਰਾ ਕੁਸ਼ਲ ਮੇਰਾ ਕੁਸ਼ਲ ਮੰਗਲ ਹੋ ਗਿਆ, ਸਾਰਾ ਕੁਸ਼ਲ ਮੰਗਲ ਹੋ ਗਿਆ ਭਇਆ। ਸਤਿਗੁਰੂ ਪੂਰਾ ਮੇਰੇ ਨਾਲ, ਹੁਣ ਮੇਰਾ ਸਤਿਗੁਰੂ ਪੂਰਾ ਮੇਰੇ ਨਾਲ ਆ ਭਾਈ। ਹੁਣ ਮੈਂ ਹਰ ਟਾਈਮ ਗੁਰੂ ਨੂੰ ਕੰਸਲਟ ਕਰਦਾ ਵੀ ਮੇਰੇ ਗੁਰੂ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ ਆ ਇਸ ਤਰ੍ਹਾਂ ਹੈ ਕਿ ਇਸ ਤਰ੍ਹਾਂ ਹੈ। ਸਤਿਗੁਰੂ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਪੇ ਸਦਾ ਨਿਹਾਲ। ਆ ਦੇਖੋ, ਜਿਹੜਾ ਪਰਮੇਸ਼ਰ ਦਾ ਧਿਆਨ ਸਿਮਰਨ ਕਰਦਾ ਹੈ ਉਹ ਨਿਹਾਲੋ ਨਿਹਾਲ ਹੋ ਜਾਂਦਾ ਹੈ। ਉਹ ਜਿਹੜਾ ਨਹੀਂ ਕਰਦਾ ਤੇ ਉਹਦੇ ਨਾਲ ਤਾਂ ਗੁਰੂ ਹੈ ਨਹੀਂ ਭਾਈ, ਉਹ ਤਾਂ ਗੁਰੂ ਦੀ ਗੱਲ ਮੰਨੀ ਨਹੀਂ ਉਹਨੇ। ਰਹਾਓ ਅੰਤਰ ਬਾਹਰ ਥਾਨ ਥਨ ਅੰਤਰ, ਜਤ ਕਤ ਪੇਖੋਂ ਸੋਈ। ਕਹਿੰਦੇ ਅੰਦਰ ਵੀ ਬਾਹਰ ਵੀ, ਹਰ ਜਗ੍ਹਾ ਤੇ, ਹਰੇਕ ਜਗ੍ਹਾ ਤੇ, ਹਰੇਕ ਦੇ ਅੰਦਰ ਉਹੀ ਮਾਲਕ ਪਰਮਾਤਮਾ ਦਿਸਦਾ। ਇਹ ਜਿਹੜੀ ਹੈ ਪ੍ਰਕਿਰਤੀ ਜਿਹੜੀ ਹੈਗੀ, ਮਾਇਆ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਹੈਗੀ, ਇਹ ਪਾਸੇ ਹੋ ਜਾਂਦੀ ਹੈ ਭਾਈ। ਪਤਾ ਲੱਗ ਜਾਂਦਾ ਭਾਈ, ਇਹ ਤਾਂ ਜਿਹੜਾ ਹੈ ਮਾਲਕ, ਮੇਰਾ ਮਾਲਕ ਹੀ ਉਹੀ ਜੋਤ ਹੈਗੀ। ਇਹਦੇ ਅੰਦਰ ਵੀ, ਉਹਦੇ ਅੰਦਰ ਵੀ, ਸਾਰਿਆਂ ਦੇ ਅੰਦਰ ਉਹੀ ਮਾਲਕ ਦੀ ਜੋਤ ਆ। ਆਪੋ ਆਪਣੀ ਯਾਤਰਾ 'ਤੇ ਆ ਵਿਚਾਰਾ, ਕੋਈ ਨੈਗੇਟਿਵ ਹੈ, ਕੋਈ ਪੋਜ਼ੀਟਿਵ ਹੈ। ਕਿਸ ਤਰੀਕੇ ਦੇ ਨਾਲ ਜਿਹੜਾ ਕੰਬੀਨੇਸ਼ਨ ਚੱਲੀ ਜਾ ਰਿਹਾ ਸਾਰਿਆਂ ਦਾ। ਸਾਰੇ ਵਿਚਾਰੇ ਕਈ ਜਿਹੜੇ ਹੈਗੇ ਨਹੀਂ ਪਤਾ ਵਿਚਾਰਿਆਂ ਨੂੰ, ਇਸ ਰਸਤੇ 'ਤੇ ਹੈ ਹੀ ਨਹੀਂ ਹੈਗੇ, ਤਾਂ ਉਹਨਾਂ ਦਾ ਆਪਾਂ ਨੂੰ ਤਾਂ ਉਹਨਾਂ 'ਤੇ ਤਰਸ ਕਰਨਾ ਚਾਹੀਦਾ ਹੈ। ਅੰਤਰ ਬਾਹਰ ਥਾਨ ਥਨ ਅੰਤਰ, ਜਤ ਕਤ ਪੇਖੋਂ ਸੋਈ। ਨਾਨਕ ਗੁਰ ਪਾਇਓ ਵੱਡ ਭਾਗੀ, ਤਿਸ ਜੇ ਵਡਾ ਹੋਰ ਨਾ ਕੋਈ। ਕਹਿੰਦੇ ਬਸ ਵੱਡੇ ਭਾਗਾਂ ਦੇ ਨਾਲ ਜਿਹੜਾ ਹੈਗਾ ਗੁਰੂ ਮਿਲ ਗਿਆ ਭਾਈ। ਜਿਹਨੂੰ ਇਹ ਗੁਰੂ ਬ੍ਰਹਮ ਗਿਆਨੀ ਮਿਲ ਗਏ, ਬ੍ਰਹਮ ਗਿਆਨ ਮਿਲ ਗਿਆ, ਕਹਿੰਦੇ ਬਸ ਉਸ ਤੋਂ ਉੱਪਰ ਤਾਂ ਕੁਛ ਨਹੀਂ ਹੈਗਾ ਦੁਨੀਆ ਦੇ ਵਿੱਚ। ਹੁਣ ਉਹ ਮਿਲ ਗਿਆ ਤੇ ਉਹਨੂੰ ਪਰਮਾਤਮਾ ਮਿਲ ਜਾਣਾ ਹੈ। ਸੋਠ ਮਹਲਾ ਪੰਜਵਾਂ। ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ। ਆਲੋ ਸਹਿਜ ਧੁਨ ਪੈਦਾ ਹੋ ਗਈ, ਸੁਖ ਮੰਗਲ ਕਲਿਆਣ, ਖੁਸ਼ੀ ਖਿੜਾ ਆ ਗਿਆ, ਕਲਿਆਣ ਹੋ ਗਿਆ ਭਾਈ।
सहज धुन पैदा हो गई, सहज अवस्था आ गई, विचार बंद हो गए, प्रभ के चरण निहारिया। बस हुण तां वो सहज धुन परमात्मा दे चरण उसे वल नूं ਉਹਨੂੰ ਨਿਹਾਰ ਰਿਹਾ, ਬਾਕੀ ਵਿਚਾਰ ਖਤਮ ਹੋ ਗਏ, ਇੱਕ ਪਾਸੇ ਧਿਆਨ ਹੋ ਗਿਆ। ਰਾਖਣ ਹਾਰੇ ਰਾਖਿਓ ਬਾਰਕ, ਸਤਿਗੁਰੇ ਤਾਪ ਉਤਾਰਿਆ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਰੱਖਣ ਵਾਲੇ ਮਾਲਕ ਦੇ ਅੱਗੇ ਮੈਂ ਪੁਕਾਰ ਕੀਤੀ ਤੇ ਬੱਚੇ ਨੂੰ ਜਿਹੜਾ ਹੈਗਾ ਉਬਾਰ ਲਿਆ। ਰਾਖਣ ਹਾਰੇ ਰਾਖਿਓ ਬਾਰਕ, ਸਤਿਗੁਰੇ ਤਾਪ ਉਤਾਰਿਆ। ਮਿਲਾ ਦਿੱਤਾ ਉਹਨੇ ਗੁਰੂ ਨੂੰ, ਮਿਲਾ ਦੇ ਦਿੱਤਾ ਬ੍ਰਹਮ ਗਿਆਨ, ਔਰ ਜਿਹੜਾ ਮਾਇਆ ਦਾ ਹਉਮੈ ਦਾ ਤਾਪ ਸੀਗਾ ਉਹ ਉਤਾਰ ਦਿੱਤਾ। ਉਭਰੇ ਸਤਿਗੁਰ ਕੀ ਸਰਣਾਈ। ਇਸ ਤਰ੍ਹਾਂ ਜਿਹੜੇ ਹੈਗੇ ਉਭਰੇ ਕਿਸ ਤਰ੍ਹਾਂ, ਉਹੀ ਥਰੂ ਪ੍ਰੋਪਰ ਚੈਨਲ ਗੁਰੂ ਮਿਲਾ ਕੇ, ਗੁਰੂ ਦਾ ਗਿਆਨ ਲੈ ਕੇ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਤੋਂ ਉੱਭਰ ਗਏ। ਉੱਪਰ ਪਹਿਲਾਂ ਡੁਬਕੀਆਂ ਮਾਰ ਰਹੇ ਸੀਗੇ, ਹੁਣ ਉੱਭਰ ਗਏ। ਜਾ ਕੀ ਸੇਵ ਨਾ ਬਿਰਤੀ ਜਾਈ। ਕਹਿੰਦੇ ਇਹ ਸੇਵਾ ਤਾਂ ਕਦੀ ਬਿਰਤੀ ਹੋ ਹੀ ਨਹੀਂ ਸਕਦੀ ਭਾਈ। ਰਹਾਓ ਘਰ ਮੈਂ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਿਆਲਾ। ਕਹਿੰਦੇ ਅੰਦਰ ਵੀ ਤੇ ਬਾਹਰ ਵੀ, ਹਰ ਪਾਸੇ ਜਦ ਹੁਣ ਧਿਆਨ ਸਿਮਰਨ ਕਰਦਾ, ਉਸ ਤੋਂ ਬਾਅਦ ਦੁਨੀਆ 'ਚ ਵਿਚਰਦਾ ਹੈ, ਤਦ ਵੀ ਕਹਿੰਦੇ ਸੁੱਖ ਆ, ਤਦ ਵੀ ਖੇੜਾ ਹੈ, ਤਦ ਵੀ ਖੁਸ਼ੀ ਦੇ ਵਿੱਚ ਇਨਸਾਨ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਖੀਵਾ ਹੋਇਆ ਰਹਿੰਦਾ ਹੈ ਇੱਕਦਮ। ਜਿਹੜਾ ਹੈਗਾ ਦੇਖੋ ਕਦੀ ਅਭਿਆਸੀ ਦਾ ਜਿਹੜਾ ਇਸ ਯਾਤਰਾ 'ਤੇ ਹੈ, ਕਿੰਨਾ ਉਹਦੇ ਅੰਦਰ ਜਿਹੜਾ ਹੈਗਾ ਖੁਸ਼ੀ ਹੁੰਦੀ ਹੈ, ਮਨ ਉਹਦੇ ਚਿਹਰੇ ਦੇ ਉੱਤੇ। ਘਰ ਮੈਂ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਿਆਲਾ। ਮਾਲਕ ਦਿਆਲ ਹੋ ਗਿਆ ਭਾਈ। ਨਾਨਕ ਬਿਗਨ ਨਾ ਲਾਗੇ ਕੋ, ਮੇਰਾ ਪ੍ਰਭ ਹੋਆ ਕਿਰਪਾਲਾ। ਕਹਿੰਦੇ ਉਹਨੂੰ ਕੋਈ ਬਿਗਨ ਲੱਗ ਹੀ ਨਹੀਂ ਸਕਦਾ ਭਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਕਿਰਪਾਲ ਹੋ ਗਿਆ। ਆਇਆ ਕਿਰਪਾ ਦੀ ਨਿਸ਼ਾਨੀ ਭਾਈ। ਜਿਹੜਾ ਧਿਆਨ ਸਿਮਰਨ ਕਰ ਰਿਹਾ ਉਸ 'ਤੇ ਮਾਲਕ ਪਰਮਾਤਮਾ ਕਿਰਪਾਲ ਆ। ਸੋਢ ਮਹਲਾ ਪੰਜਵਾਂ। ਸਾਧੂ ਸੰਗ ਭਇਆ ਮਨ ਉਦਮ, ਨਾਮ ਰਤਨ ਜਸ ਗਾਈ। ਕਹਿੰਦੇ ਸਾਧੂ ਸੰਗ, ਮਾਫ ਕਰਨਾ ਜੀ ਗਲਾ ਤਾਂ ਬੰਦ ਹੋ ਰਿਹਾ। ਸਾਧੂ ਸੰਗ ਪਾਇਆ ਮਨ ਉਦਮ। ਇੱਕ ਸੈਕਿੰਡ। ਕਹਿੰਦੇ ਸਾਧੂ ਸੰਗ, ਗੁਰੂ ਦੀ ਸੰਗਤ ਦੇ ਨਾਲ, ਸਾਧ ਸੰਗਤ ਦੇ ਨਾਲ ਮਨ ਦੇ ਵਿੱਚ ਉਤਸ਼ਾਹ ਆਉਂਦਾ ਹੈ। ਕਹਿੰਦੇ ਭਇਆ ਮਨ ਉਦਮ, ਨਾਮ ਰਤਨ ਜਸ ਗਾਈ। ਦੇਖ ਲਓ ਗੁਰੂ ਦੀ ਸੰਗਤ ਆ, ਗੁਰੂ ਦੀ ਬਾਣੀ ਆਪਣੇ ਅੰਦਰ ਉਤਸ਼ਾਹ ਪੈਦਾ ਕਰ ਲਈ ਹੈ, ਆਪਣਾ ਗੇਰ ਲਾ ਰਹੀ ਹੈ ਨਾਮ ਦੇ ਵਾਸਤੇ, ਇਹ ਜਸ ਵਾਸਤੇ, ਇਹ ਧਿਆਨ ਸਿਮਰਨ ਵਾਸਤੇ। ਨਾਮ ਰਤਨ ਕੀ ਆ, ਜਿਹੜਾ ਉਹ ਅੰਮ੍ਰਿਤ ਰਸ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹਦੇ ਵਾਸਤੇ। ਮਿਟ ਗਈ ਚਿੰਤਾ ਸਿਮਰ ਅਨੰਤਾ, ਸਾਗਰ ਤਰਿਆ ਭਾਈ। ਚਿੰਤਾ ਮਿਟ ਗਈ ਭਾਈ ਉਸ ਅਨੰਤ ਨੂੰ ਸਿਮਰਨ ਦੇ ਨਾਲ। ਇਸ ਤਰ੍ਹਾਂ ਜਿਹੜਾ ਹੈ ਵਿਚਾਰਾਂ ਦਾ ਸਾਗਰ, ਸੰਸਾਰ ਸਮੁੰਦਰ ਜਿਹੜਾ ਹੈਗਾ ਇਸ ਤਰ੍ਹਾਂ ਤਰਿਆ ਜਾਂਦਾ ਹੈ। ਹਿਰਦੈ ਹਰ ਕੇ ਚਰਨ ਵਸਾਈ। ਔਰ ਹਿਰਦੇ 'ਚ ਪਰਮੇਸ਼ਰ ਦੇ ਚਰਨ ਜਿਹੜੇ ਹੈਗੇ ਉਹ ਸ਼ਬਦ ਰੂਪੀ ਚਰਨ, ਉਹਦੀ ਯਾਦ, ਉਹਦਾ ਧਿਆਨ, ਉਹ ਵਸ ਗਏ। ਸੁਖ ਪਾਇਆ ਸਹਿਜ ਧੁਨ ਉਪਜੀ, ਰੋਗਾਂ ਘਾਣ ਮਿਟਾਈ। ਸੁਖ ਪਾ ਲਿਆ ਭਾਈ। ਸਹਿਜ ਧੁਨ ਕਹਿੰਦੇ ਪੈਦਾ ਹੋ ਗਈ। ਸਹਿਜ ਸੁਖ ਹੈ ਨਹੀਂ, ਉਹ ਜਿਹੜੀ ਉਹ ਧੁਨ ਆ, ਬਸ ਉਹਦੇ ਨਾਲ ਜਾ ਕੇ ਜੁੜ ਜਾਈਦਾ, ਚੁੱਪ ਕਰਕੇ ਬਸ ਉਸੇ ਦੇ ਨਾਲ ਜੁੜ ਕੇ ਬਸ ਬੈਠ ਜਾਈਦਾ। ਆਹੀ ਭਗਤੀ ਹੈਗੀ। ਸੁਖ ਪਾਇਆ ਸਹਿਜ ਧੁਨ ਉਪਜੀ, ਰੋਗਾਂ ਘਾਣ ਮਿਟਾਈ। ਰੋਗਾਂ ਦੀ ਘਾਣ, ਜਿੰਨੇ ਵੀ ਰੋਗ ਸੀ ਸਾਰੇ ਦੇ ਸਾਰੇ ਖਤਮ ਹੋ ਗਏ ਭਾਈ। ਰੋਗਾਂ ਘਾਣ ਲਿਖ ਰਹੇ, ਇੰਨੀ ਘਾਣ ਸੀਗੀ ਰੋਗਾਂ ਦੀ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਦੇ ਸਾਰੇ ਹਉਮੈ ਸਭ ਕੁਛ ਕਹਿੰਦੇ ਬੈਠ ਗਏ। ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਏ। ਹੇ ਮੇਰੇ ਮਾਲਕਾ ਮੈਂ ਤੇਰੇ। ਉਹ ਫੇਰ ਕੁੜੀਆਂ ਜਿਹੜੀਆਂ ਲੱਗ ਗਈਆਂ ਜੀ, ਇਹ ਤਾਂ ਇਹਨਾਂ ਨੇ ਰੋਜ਼ ਦਾ ਕੰਮ ਹੈ ਇਹਨਾਂ ਦਾ। ਅੱਜ ਫੇਰ ਸ਼ੁਰੂ ਕਰਤਾ, ਕੱਲ ਮਨਾ ਕੀਤਾ ਸੀਗਾ। ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ। ਹੁਣ ਇਹਨਾਂ ਨੇ ਗੱਲਾਂ ਕਰਨੀਆਂ। ਇੱਕ ਸੈਕਿੰਡ ਜੀ।
ਹਿਰਦੇ ਹਰ ਕੇ ਚਰਨ ਵਸਾਈ, ਸੁਖ ਪਾਇਆ ਸਹਿਜ ਤੁਨ ਉਪਜੀ, ਰੋਗਾਂ ਘਾਣ ਮਿਟਾਈ। ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ। ਹੇ ਮੇਰੇ ਮਾਲਕਾ, ਮੈਂ ਤੇਰੇ ਕੀ ਗੁਣ ਕੀ ਮੈਂ ਤੇਰੀ ਸਿਫਤ ਕਰ ਸਕਦਾ, ਕਿਸ ਤਰ੍ਹਾਂ ਮੈਂ ਤੇਰਾ ਧੰਨਵਾਦ ਕਰ ਸਕਦਾ ਮਾਲਕਾ, ਤੇਰੀ ਤਾਂ ਕੀਮਤ ਕਹੀ ਨਹੀਂ ਜਾ ਸਕਦੀ। ਨਾਨਕ ਭਗਤ ਭਏ ਅਬਿਨਾਸੀ, ਆਪਣਾ ਪ੍ਰਭ ਭਇਆ ਸਹਾਈ। ਕਹਿੰਦੇ ਭਗਤੀ ਕਰਨ ਵਾਲੇ ਜਿਹੜੇ ਭਗਤ ਹੈਗੇ, ਕਹਿੰਦੇ ਉਹ ਤਾਂ ਤੇਰਾ ਰੂਪ ਹੋ ਗਏ, ਅਬਿਨਾਸੀ ਹੋ ਗਏ। ਕਹਿੰਦੇ ਕਿ ਮਾਲਕ ਪਰਮਾਤਮਾ ਇਸ ਤਰ੍ਹਾਂ ਆਪਣਾ ਬਣ ਜਾਂਦਾ ਹੈ, ਇਸ ਤਰ੍ਹਾਂ ਸਹਾਇਤਾ ਕਰ ਲੈਂਦਾ ਹੈ। ਆਖਰੀ ਸ਼ਬਦ ਲਈਏ ਅੱਜ ਦਾ। ਸੋਠ ਮਹੱਲਾ ਪੰਜਵਾਂ। ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣਾ ਕਿਰਪਾ ਧਾਰੀ। ਕਹਿੰਦੇ ਸਾਰੇ ਦੇ ਸਾਰੇ ਕਲੇਸ਼ ਜਿਹੜੇ ਦੁੱਖ ਤਕਲੀਫਾਂ ਜਿਹੜੀਆਂ ਸੀਗੀਆਂ, ਸਭ ਤੋਂ ਵੱਡਾ ਕਲੇਸ਼ ਤਾਂ ਇਹ ਹਉਮੈ ਹੈਗੀ ਆ। ਗਏ ਕਲੇਸ਼ ਰੋਗ ਸਭ ਨਾਸੇ, ਕਾਮ ਕ੍ਰੋਧ ਲੋਭ ਮੋਹ ਕਾਰ, ਸਾਰੇ ਦੇ ਸਾਰੇ ਰੋਗ ਜਿਹੜੇ ਨਸ ਗਏ। ਪ੍ਰਭ ਆਪਣਾ ਕਿਰਪਾ ਧਾਰੀ, ਆਪਣੇ ਪ੍ਰਭੂ ਨੇ ਕਿਰਪਾ ਕਰ ਦਿੱਤੀ। ਆਠ ਪਹਿਰ ਅਰਾਧੋ ਸੁਆਮੀ, ਪੂਰਨ ਕਾਲ ਹਮਾਰੀ। ਕਹਿੰਦੇ 8 ਪਹਿਰ ਇਸ ਤਰੀਕੇ ਦੇ ਨਾਲ, ਹੁਣ 8 ਪਹਿਰ ਦੇ ਦੇਖ ਕੇ ਤੇ ਆਪਾਂ ਨੇ ਘਬਰਾ ਜਾਣਾ। ਆਪਣੇ ਆਪ ਭਾਈ ਸਵੇਰ ਸ਼ਾਮ ਦੀ ਝੁੱਟ ਲਾ ਲਓ, ਆਪਣੇ ਆਪ ਜਿਹੜੀ ਹੈ ਚਾਬੀ। ਚਲੇ ਗਏ ਦੂਰ ਕਿਤੇ? ਹਾਂਜੀ, ਉਹਨਾਂ ਨੇ ਮਿਊਟ ਕਰਤਾ ਜੀ ਆਪਣਾ। ਕਿੰਨਾ ਨੇ? ਓਹੋ ਮਾਫ ਕਰਨਾ ਜੀ, ਆ ਜਾਣਗੇ ਵਾਪਸ। ਨਹੀਂ ਮਾਫ ਕਰਨਾ ਜੀ, ਮੈਂ ਨਾ ਮਿਊਟ ਕਰਕੇ ਹੀ ਬੋਲੀ ਜਾ ਰਿਹਾ ਸੀਗਾ। ਕੋਈ ਗੱਲ ਨਹੀਂ। ਕਿੱਥੋਂ ਸ਼ੁਰੂ ਕਰਨਾ ਹੈ? ਵਾਪਸ ਆਪਾਂ ਉੱਥੋਂ ਸ਼ੁਰੂ ਕਰੀਏ। ਹਾਂ ਮਾਫ ਕਰਨਾ ਜੀ, ਆਪਾਂ ਸੀਗੇ ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ। ਇੱਥੇ ਸੀਗੇ। ਹਾਂਜੀ ਹਾਂ, ਹਾਂਜੀ। ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ। ਹੇ ਮੇਰੇ ਮਾਲਕਾ, ਮੈਂ ਤੇਰੇ ਕੀ ਗੁਣ ਆਖ ਕੇ ਬੋਲ ਕੇ ਦੱਸਾਂ। ਤੂੰ ਇੰਨੀ ਮੇਰੇ ਉੱਤੇ ਕਿਰਪਾ ਕੀਤੀ ਆ, ਮੈਨੂੰ ਆਹ ਰਸਤਾ ਦਿੱਤਾ, ਮੈਨੂੰ ਗੁਰੂ ਮਿਲਾਇਆ, ਮੈਨੂੰ ਇਸ ਤਰ੍ਹਾਂ ਜਿਹੜਾ ਹੈਗਾ ਮੇਰਾ ਮਨ ਖੜਾ ਹੋ ਗਿਆ, ਮੇਰੀ ਹਉਮੈ ਦੂਰ ਹੋ ਗਈ। ਨਾਨਕ ਭਗਤ ਭਏ ਅਬਿਨਾਸੀਆ, ਭਗਤੀ ਕਰਨ ਵਾਲੇ ਕਹਿੰਦੇ ਅਬਿਨਾਸੀ ਹੋ ਗਏ, ਤੇਰੇ ਵਰਗੇ ਹੀ ਹੋ ਗਏ, ਤੇਰੇ ਨਾਲ ਇੱਕਮਿਕ ਹੋ ਗਏ। ਆਪਣਾ ਪ੍ਰਭ ਭਇਆ ਸਹਾਈ, ਪਰਮਾਤਮਾ ਆਪਣਾ ਸਹਾਈ ਹੋ ਗਿਆ। ਮਾਲਕ ਨੇ ਸਹਾਇਤਾ ਕਰਨੀ ਹੈ, ਮਾਲਕ ਨੇ ਖੇਡ ਪਾਈ ਹੋਈ ਆ, ਉਸੇ ਨੇ ਹਟਾਉਣਾ ਹੈ। ਬਸ ਆਪਾਂ ਨੇ ਪੁਕਾਰ ਕਰਨੀ ਹੈ ਦਿਲੋਂ, ਬਈ ਮਾਲਕਾ ਮੈਂ ਇਸ ਗੇਮ ਤੋਂ ਬਾਹਰ ਹੋਣਾ ਚਾਹੁੰਦਾ ਹੈ, ਮੈਂ ਤੇਰੇ ਕੋਲ ਆਉਣਾ ਚਾਹੁੰਦਾ ਹੈ। ਆਖਰੀ ਸ਼ਬਦ ਅੱਜ ਦਾ, ਸੋਠ ਮਹੱਲਾ ਪੰਜਵਾਂ। ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣਾ ਕਿਰਪਾ ਧਾਰੀ। ਕਹਿੰਦੇ ਸਾਰੇ ਦੇ ਸਾਰੇ ਕਲੇਸ਼ ਰੋਗ ਸਾਰੇ ਦੇ ਸਾਰੇ ਨਸ ਗਏ। ਮਾਲਕ ਪਰਮਾਤਮਾ ਨੇ, ਆਪਣੇ ਮਾਲਕ ਪਰਮਾਤਮਾ ਨੇ ਕਿਰਪਾ ਕਰ ਦਿੱਤੀ। 8 ਪਹਿਰ ਅਰਾਧੋ ਸੁਆਮੀ, ਪੂਰਨ ਕਾਲ ਹਮਾਰੀ। ਕਹਿੰਦੇ ਇਹਦੇ 'ਚ ਹੁਕਮ ਆ, ਕਹਿੰਦੇ 8 ਪਹਿਰ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਆਰਾਧਨਾ ਕਰੋ। ਇਸ ਤਰ੍ਹਾਂ ਜਿਹੜੀ ਹੈਗੀ ਪੂਰਨ ਕਾਲ ਹਮਾਰੀ, ਸਾਡੀ ਕਾਲਨਾ ਪੂਰਨ ਹੋ ਜਾਂਦੀ ਹੈ। 8 ਪਹਿਰ ਕਿਵੇਂ? ਜਿਹੜਾ ਸਵੇਰੇ ਸ਼ਾਮ ਜਦ ਆਪਣਾ ਜਿਹੜਾ ਹੈਗਾ ਆਪਾਂ ਪਰਮਾਤਮਾ ਦਾ ਧਿਆਨ ਕਰਦੇ ਹਾਂ, ਅਤੇ ਉਹ ਐਸੀ ਘੜੀ ਨੂੰ ਚਾਬੀ ਚੱਲ ਲੱਗ ਜਾਂਦੀ ਹੈ ਕਿ ਸਾਰਾ ਦਿਨ ਜਿਹੜੀ ਹੈਗੀ ਉਹ ਚਾਬੀ ਚੱਲਦੀ ਰਹਿੰਦੀ ਹੈ ਭਾਈ। ਸਾਰਾ ਦਿਨ ਸੁਰਤ ਮਾਲਕ ਪਰਮਾਤਮਾ ਵਾਲੀ ਰਹਿੰਦੀ ਹੈ। ਦੁਨੀਆ ਦੇ ਵਿੱਚ ਆਪਾਂ ਵਿਚਰਦੇ ਹਾਂ, ਬਿਲਕੁਲ ਜਿਹੜਾ ਹੈਗਾ ਜਿਸ ਤਰ੍ਹਾਂ ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਆਪਣਾ ਪ੍ਰੀਤਮ ਧਰਤਾ। ਇਸ ਤਰੀਕੇ ਦੇ ਨਾਲ ਆਪਣੇ ਅੰਦਰ ਜਿਹੜੀ ਹੈਗੀ ਆ ਖਿੱਚ ਮਾਲਕ ਦੇ ਨਾਲ ਆ। ਦੁਨੀਆ ਦੀ ਕਾਰ ਵਿਹਾਰ ਆਪਾਂ ਕਰ ਰਹੇ ਹਾਂ ਬਿਲਕੁਲ, ਔਰ ਕਿਸੇ ਨਾਲ ਵਿਤਕਰਾ ਨਹੀਂ, ਕਿਸੇ ਨਾਲ ਠੱਗੀ ਨਹੀਂ, ਕਿਸੇ ਨਾਲ ਜਿਹੜਾ ਹੈਗਾ ਸਾਰਿਆਂ ਦੇ ਨਾਲ ਸਾਰਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਇਨਸਾਨ। ਹਰ ਜੀਓ ਤੂੰ ਸੁਖ ਸੰਪਤ ਰਾਸ, ਹੇ ਮੇਰੇ ਮਾਲਕਾ ਤੂੰ ਹੀ ਆ ਸੁਖ, ਤੂੰ ਹੀ ਆ ਮੇਰੀ ਰਾਸ਼ੀ, ਤੂੰ ਹੀ ਆ, ਤੇਰੀ ਯਾਦ ਤੇਰਾ ਧਿਆਨ, ਮੇਰੀ ਸੰਪत्ति ਤੂੰ ਹੀ ਹੈਗਾ। ਰਾਖ ਲਹੋ ਭਾਈ ਮੇਰੇ ਕੋ, ਪ੍ਰਭ ਆਗੇ ਅਰਦਾਸ। ਰਾਖ ਲਹੋ, ਹੁਣ ਇੱਥੇ ਦੇਖ ਲਓ ਵੀ ਮੇਰੇ ਭਰਾ ਨੂੰ ਰੱਖ ਲਾ, ਆਹੀ ਅਰਥ ਮਿਲਣਗੇ ਜਿੱਥੋਂ ਵੀ ਦੇਖ ਲਓ ਤੁਸੀਂ, ਆਹੀ ਅਰਥ ਲੱਭਣੇ ਆਪਾਂ ਨੂੰ। ਰਾਖ ਲਿਓ ਭਾਈ ਮੇਰੇ ਕੋ, ਕਿਹੜੇ ਭਰਾ ਨੂੰ ਰੱਖਣਾ? ਮੇਰੇ ਮਨ ਨੂੰ ਰਾਖ ਲਿਓ। ਹੁਣ ਦੇਖੋ ਭਾਈ ਦਾ ਮਤਲਬ, ਪਹਿਲਾਂ ਭਾਈ ਦਾ ਮਤਲਬ ਪਤਾ ਲੱਗੇ। ਭਾਈ ਕਹਿੰਦੇ ਆ ਗੁਰੂ ਨੂੰ, ਭਾਈ ਆਪਾਂ ਗੁਰੂ ਨੂੰ, ਗੁਰਹਾਈ ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰਹਾਈ। ਇੱਕ ਜਗ੍ਹਾ ਆਉਂਦਾ ਉੱਥੋਂ ਖੁੱਲਦਾ ਹੈ, ਉੱਥੋਂ ਬੋਲ ਇਹ ਖੁੱਲਿਆ ਹੈ
ਰਾਖ ਲਹੋ ਭਾਈ, ਇੱਥੇ ਰੁਕੋ, हे ਗੁਰੂ ਮੈਨੂੰ ਰੱਖ ਲਾ, ਰਾਖ ਲਿਓ ਭਾਈ ਮੇਰੇ ਕੋ ਮੈਨੂੰ। ਪ੍ਰਭ ਅੱਗੇ ਅਰਦਾਸ, ਮਾਲਕ ਦੇ ਅੱਗੇ ਅਰਦਾਸ ਹੈ ਭਾਈ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ। ਕਹਿੰਦੇ ਮਾਲਕ ਦੇ ਅੱਗੇ ਅਰਦਾਸ ਕਰ, ਮਾਲਕ ਦੇ ਅੱਗੇ ਧਿਆਨ ਸਿਮਰਨ ਕਰ। ਰਹਾਓ ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਕਹਿੰਦੇ ਜੋ ਮੰਗਦਾ ਹੈ ਮੈਂ, ਮੇਰਾ ਮਾਲਕ ਤਾਂ ਉਹੀ ਦੇ ਦਿੰਦਾ, ਮੈਨੂੰ ਤਾਂ ਭਰੋਸਾ ਹੈ ਮਾਲਕ ਪਰਮਾਤਮਾ ਤੇ। ਫਿਰ ਕੀ ਹੋ ਗਿਆ, ਉਹਨੇ ਭਾਈ ਮਿਲਾ ਦਿੱਤਾ। ਕਹੋ ਨਾਨਕ ਗੁਰ ਪੂਰਾ ਭੇਟਿਓ, ਮਿਟਿਓ ਸਗਲ ਅੰਦੇਸਾ। ਆ ਭਾਈ ਮਿਲ ਗਿਆ ਭਾਈ, ਰਾਖ ਲਿਓ ਭਾਈ ਮੇਰੇ ਕੋ ਮੈਨੂੰ। ਪ੍ਰਭ ਅੱਗੇ ਅਰਦਾਸ, ਮਾਲਕ ਪਰਮਾਤਮਾ ਦੇ ਅੱਗੇ ਅਰਦਾਸ ਆ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਕਹੋ ਨਾਨਕ ਗੁਰ ਪੂਰਾ ਭੇਟਿਓ, ਮਿਟਿਓ ਸਗਲ ਅੰਦੇਸਾ। ਔਰ ਪੂਰਾ ਗੁਰੂ ਜਿਹਨੂੰ ਮਿਲ ਜਾਂਦਾ ਹੈ, ਮਾਲਕ ਮਿਲਾ ਦਿੰਦਾ ਹੈ। ਖਸਮ ਤੇ ਭਰੋਸਾ ਹੈ ਭਾਈ, ਖਸਮ ਦੇ ਅੱਗੇ ਅਰਦਾਸ ਆ, ਅਤੇ ਉਹ ਗੁਰੂ ਮਿਲਾ ਦਿੰਦਾ ਹੈ, ਭਰਾ ਮਿਲਾ ਦਿੰਦਾ ਹੈ। ਅਤੇ ਉਹਨਾਂ ਦੀ ਗਾਈਡੈਂਸ ਦੇ ਨਾਲ, ਭਰਾ ਕਿਉਂਕਿ ਉਹ ਬ੍ਰਹਮ ਗਿਆਨੀ ਜਿਹੜੇ ਸੀਗੇ, ਉਹਨਾਂ ਨੇ ਵੀ ਤਾਂ ਆਪਣੇ ਵਾਂਗੂ ਹੀ ਯਾਤਰਾ ਕੀਤੀ ਆ। ਔਰ ਉਹ ਜਿਹੜੇ ਹੈਗੇ, ਉਹਨਾਂ ਨੇ ਉਹ ਜਿਹੜੀ ਯਾਤਰਾ ਕਰ ਲਈ ਆ, ਉਹ ਜਿਹੜੇ ਹੈਗੇ ਪ੍ਰਕਿਰਤੀ ਦੀ ਕਾਇਦ 'ਚੋਂ ਨਿਕਲ ਗਏ ਬਾਹਰ। ਇਸ ਕਰਕੇ ਭਾਈ ਉਹਨਾਂ ਤੋਂ ਹੀ ਸੇਧ ਲੈਣੀ ਆ, ਉਹਨਾਂ ਨੇ ਨੁਕਤੇ ਦੇਣੇ ਆ, ਉਹਨਾਂ ਨੇ ਰਸਤਾ ਦੱਸਣਾ ਹੈ। ਕਹੋ ਨਾਨਕ ਗੁਰ ਪੂਰਾ ਭੇਟਿਓ, ਮਿਟਿਓ ਸਗਲ ਅੰਦੇਸਾ। ਸਾਰਾ ਦਾ ਸਾਰਾ ਅੰਦੇਸਾ, ਸਾਰੇ ਦੇ ਸਾਰੇ ਅੰਦਰ ਦੇ ਜਿਹੜੇ ਹੈਗੇ ਆਪਣੇ ਹਲਚਲ ਜਿਹੜੀ ਹੈਗੀ ਸਾਰੀ ਜਿਹੜੀ ਹੈਗੀ, ਇਹ ਸਾਰੇ ਦੇ ਸਾਰੇ ਸਹਿਮ, ਇਹ ਸਾਰਾ ਦਾ ਸਾਰਾ ਮਿਟ ਜਾਣਾ ਹੈ ਭਾਈ। ਹਾਂਜੀ 14 ਹੋ ਗਏ, 4 ਰਹਿ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਤ ਸਾਹਿਬ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਜਿਹੜੇ ਨਵੇਂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਜਿਹੜੇ ਹੈਗੇ ਆ ਨਵੇਂ ਜਿਹੜੇ ਆਏ ਆ ਉਹਨਾਂ ਦੇ ਵਾਸਤੇ ਦੱਸ ਦਈਏ ਭਾਈ ਕਿ ਜੋ ਹੁਣ ਆਪਾਂ ਨੇ ਇਹ ਗੁਰੂ ਦੀ ਮੱਤ ਲਈ ਆ ਆਪਾਂ ਨੇ, ਉਹ ਇਸ ਦੇ ਅਨੁਸਾਰ ਜਿਹੜਾ ਹੈਗਾ, ਇਹ ਮਾਈਕ ਬੰਦ ਕਰ ਦਿਓ ਜੀ, ਕਿਹਨਾਂ ਦਾ ਖੁੱਲ੍ਹਾ ਹੈ ਪਲੀਜ਼, 1 ਸੈਕਿੰਡ। ਭੱਟੀ ਜੀ ਤੁਸੀਂ ਕਰ ਦਿਆ ਕਰੋ। ਇਹ ਜਿਹੜਾ ਹੈਗਾ, ਇਹਨੂੰ ਹੁਣ ਆਪਾਂ ਨੇ ਜਿਹੜਾ ਹੈਗਾ ਪ੍ਰੈਕਟੀਕਲ ਕਿਵੇਂ ਕਰਨਾ ਆ, ਇਹ ਆਪਾਂ ਜਿਹੜੇ ਹੈਗੇ ਸ਼ਬਦ ਦਾ ਸਹਾਰਾ ਸ਼ੁਰੂ 'ਚ ਲੈਂਦੇ ਹਾਂ, ਵਾਹਿਗੁਰੂ ਵਾਹਿਗੁਰੂ, ਅਤੇ ਇਹਨੂੰ ਜਿਹੜਾ ਹੈ ਨਾ ਦਾਸ ਬੋਲਦਾ ਹੈ, ਅਤੇ ਉਸ ਟਾਈਮ ਫਿਰ ਇਹਨੂੰ ਸੁਣਨਾ ਹੈ ਬਸ। ਸਿਰਫ ਸੰਗਤ ਜਿਹੜੀ ਹੈਗੀ ਇਹਨੂੰ ਸੁਣੋ ਬਸ। ਇਹਨੂੰ ਸੁਣਨ ਦੇ ਨਾਲ ਜਿਹੜੀ ਹੈਗੀ ਆਪਣੀ ਸੁਰਤ ਨੂੰ ਇਹਦੇ ਵਿੱਚ ਲੀਨ ਕਰ ਦਿਓ। ਔਰ ਜਦ ਇਹ ਸੁਣਦਾ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਥੋੜ੍ਹਾ ਜਿਹਾ ਸਮਾਂ ਗੈਪ ਆਉਂਦਾ ਹੈ, ਬਸ ਉਹਦੇ ਵਿੱਚ ਆਪਣਾ ਇਹਦੇ ਨਾਲ ਬਿਲਕੁਲ ਇਹ ਹੋਰ ਕੋਈ ਕਿਸੇ ਪਾਸਿਓਂ ਕੋਈ ਵਿਚਾਰ ਨਹੀਂ ਲੈਣਾ, ਇਹਦੇ ਵਿੱਚ ਆਪਾਂ ਨੇ ਜੁੜਨਾ ਹੈ। ਔਰ ਆਖਰੀ ਦੇ ਵਿੱਚ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਇਹਦੇ ਵਿੱਚ ਹੀ ਆਪਾਂ ਨੇ ਲੀਨ ਲੈ ਜਾਣਾ ਹੈ। ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਆਇਆ ਭਾਈ ਇਹ ਸ਼ਬਦ ਸੁਰਤ ਦੀ ਖੇਡ, ਇਹ ਸੁਖੈਨੀ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਜਦ ਆਪਾਂ ਆਪਣੇ ਵਿਚਾਰਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਆਪਾਂ ਨੂੰ ਜਿਹੜੀ ਉਹ ਧੁਨ ਜਿਹੜੀ ਹੈਗੀ ਉਹ ਫੜਾਈ ਦੇ ਵਿੱਚ ਆ ਜਾਏਗੀ, ਉਪਜ ਜਾਏਗੀ ਆਪਣੇ ਅੰਦਰ। ਔਰ ਇਸ ਤੋਂ ਬਾਅਦ ਜਿਹੜਾ ਹੈ ਨਾ ਆਪਣਾ ਇਹ ਬੰਦ ਕਰ ਦਿਆ ਕਰੋ ਜਿਹੜਾ ਹੈਗਾ ਇਹ ਆਪਾਂ ਨਾਲ ਮੀਟ ਕਰ ਰਹੇ ਹਾਂ ਜਿਹੜੀ, ਕਿਉਂਕਿ ਇਹਦੇ ਵਿੱਚ ਕੋਈ ਫਿਰ ਵਿੱਚ ਜਿਹੜਾ ਖੋਲ੍ਹ ਲਏਗਾ ਆਪਣਾ ਮਾਈਕ ਵਗੈਰਾ ਖੋਲ੍ਹ ਕੇ ਡਿਸਟਰਬੈਂਸ ਹੋ ਜਾਂਦੀ ਹੈ।
ਵਾਹਿਗੁਰੂ ਵਾਹਿਗੁਰੂ